ਹੈਲੋ ਫਰੈਂਡਸ, ਮੈਂ ਕਰਮ ਸਵਾਗਤ ਕਰਦਾ ਜੀ ਤੁਹਾਡਾ ਸਭ ਦਾ ਪੰਜਾਬ ਐਜੂਕੇਸ਼ਨ ਚੈਨਲ ਬਾਈ ਕਰਮ ਉੱਪਰ। ਅੱਜ ਦੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੀ ਸਭ ਦਾ ਬਹੁਤ-ਬਹੁਤ ਧੰਨਵਾਦ, ਕਿਉਂਕਿ ਤੁਹਾਡੀ ਸਭ ਦੀ ਸਪੋਰਟ ਕਰਕੇ ਆਪਣੇ ਚੈਨਲ ਦੇ ਉੱਪਰ 1K ਸਬਸਕ੍ਰਾਈਬਰ ਹੋ ਚੁੱਕਿਆ, ਆਪਾਂ 1000 ਸਬਸਕ੍ਰਾਈਬਰ ਨੂੰ ਪਾਰ ਕਰ ਚੁੱਕੇ ਹਾਂ। ਇੱਦਾਂ ਹੀ ਆਪਣੀ ਸਪੋਰਟ ਬਣਾਏ ਰੱਖੋ ਜੀ ਤੇ ਵੀਡੀਓਜ਼ ਨੂੰ ਵੱਧ ਤੋਂ ਵੱਧ ਲਾਈਕ ਕਰਦੇ ਰਹੋ। ਥੈਂਕ ਯੂ ਸੋ ਮੱਚ। ਅੱਜ ਦੀ ਵੀਡੀਓ ਦੇ ਵਿੱਚ ਆਪਾਂ ਪੜ੍ਹਨ ਜਾ ਰਹੇ ਹਾਂ ਜੀ ਖਿਲਜੀ ਵੰਸ਼ ਨੂੰ। ਜਿਵੇਂ ਕਿ ਤੁਹਾਨੂੰ ਸਭ ਨੂੰ ਪਤਾ ਹੈ ਜੀ ਕਿ ਪੰਜਾਬ ਐਜੂਕੇਸ਼ਨ ਚੈਨਲ ਉੱਪਰ ਆਪਾਂ ਮੱਧਕਾਲੀਨ ਭਾਰਤੀ ਇਤਿਹਾਸ ਦੀ ਸੀਰੀਜ਼ ਨੂੰ ਸ਼ੁਰੂ ਕੀਤਾ ਹੋਇਆ ਹੈ। ਮੱਧਕਾਲੀਨ ਭਾਰਤੀ ਇਤਿਹਾਸ ਦੀ ਸੀਰੀਜ਼ ਦੇ ਵਿੱਚ ਜੀ ਆਪਾਂ 4 ਵੀਡੀਓ ਆਲਰੇਡੀ ਅਪਲੋਡ ਕਰ ਚੁੱਕੇ ਹਾਂ, ਜਿਸ ਦੇ ਵਿੱਚ ਜੀ ਆਪਾਂ ਲਾਸਟ ਵੀਡੀਓ ਸੀ ਉਹ ਸੀ ਦਿੱਲੀ ਸਲਤਨਤ ਕਾਲ ਦੀ, ਜਿਸ ਦੇ ਵਿੱਚ ਆਪਾਂ ਦਿੱਲੀ ਸਲਤਨਤ ਕਾਲ ਦੇ ਪਹਿਲੇ ਵੰਸ਼ ਨੂੰ ਪੜ੍ਹ ਚੁੱਕੇ ਹਾਂ, ਜੋ ਸੀ ਜੀ ਗੁਲਾਮ ਵੰਸ਼ ਜਾਂ ਦਾਸ ਵੰਸ਼। ਅੱਜ ਦੇ ਵੀਡੀਓ ਦੇ ਵਿੱਚ ਆਪਾਂ ਜੀ ਸੈਕਿੰਡ ਦਿੱਲੀ ਸਲਤਨਤ ਕਾਲ ਦੇ ਵੰਸ਼ ਨੂੰ ਪੜ੍ਹਨ ਜਾ ਰਹੇ ਹਾਂ। ਇਹ ਹੈ ਜੀ ਖਿਲਜੀ ਵੰਸ਼ ਅਤੇ ਇਸ ਦਾ ਸਮਾਂ ਹੈ ਜੀ 1290 ਤੋਂ ਲੈ ਕੇ 1320 ਈਸਵੀ ਤੱਕ ਦਾ। ਜੇਕਰ ਤੁਸੀਂ ਲਾਸਟ ਵੀਡੀਓ ਨਹੀਂ ਦੇਖੀ ਤਾਂ ਜੀ ਉਸ ਦਾ ਲਿੰਕ ਤੁਹਾਨੂੰ ਉੱਪਰ ਆਈ ਬਟਨ 'ਚ ਤੇ ਨੀਚੇ ਡਿਸਕ੍ਰਿਪਸ਼ਨ ਬਾਕਸ 'ਚ ਮਿਲ ਜਾਏਗਾ। ਪਹਿਲਾਂ ਤੁਸੀਂ ਸਲਤਨਤ ਕਾਲ ਦੀ ਫਸਟ ਵੀਡੀਓ ਜ਼ਰੂਰ ਦੇਖ ਲਓ ਤਾਂ ਕਿ ਉਸ ਤੋਂ ਬਾਅਦ ਤੁਸੀਂ ਅੱਜ ਦੇ ਚੈਪਟਰ ਨੂੰ ਵਧੀਆ ਢੰਗ ਨਾਲ ਸਮਝ ਸਕੋ। ਜੇਕਰ ਤੁਸੀਂ ਪੰਜਾਬ ਐਜੂਕੇਸ਼ਨ ਚੈਨਲ ਤੇ ਫਸਟ ਟਾਈਮ ਵਿਜ਼ਿਟ ਕਰ ਰਹੇ ਹੋ ਤਾਂ ਜੀ ਪੰਜਾਬ ਐਜੂਕੇਸ਼ਨ ਚੈਨਲ ਨੂੰ ਹੁਣੇ ਸਬਸਕ੍ਰਾਈਬ ਕਰ ਲਓ ਅਤੇ ਸਾਰੀ ਵੀਡੀਓਜ਼ ਦੇ PDF ਫ੍ਰੀ ਆਫ ਕਾਸਟ ਲੈਣ ਲਈ ਜੀ ਪੰਜਾਬ ਐਜੂਕੇਸ਼ਨ ਚੈਨਲ ਨੂੰ ਹੁਣ ਤੁਸੀਂ ਟੈਲੀਗ੍ਰਾਮ ਤੇ ਵੀ ਜੁਆਇਨ ਕਰ ਸਕਦੇ ਹੋ। ਟੈਲੀਗ੍ਰਾਮ ਦਾ ਲਿੰਕ ਜੀ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ ਵਿੱਚ ਮਿਲ ਜਾਏਗਾ। ਸਭ ਤੋਂ ਪਹਿਲਾਂ ਆਪਾਂ ਵੇਖ ਲੈਂਦੇ ਹਾਂ ਜੀ ਉਹਨਾਂ ਮੇਨ ਪੁਆਇੰਟਸ ਨੂੰ ਜਿਨ੍ਹਾਂ ਨੂੰ ਅੱਜ ਦੇ ਚੈਪਟਰ ਦੇ ਵਿੱਚ ਆਪਾਂ ਕਵਰ ਕਰਨ ਜਾ ਰਹੇ ਹਾਂ। ਖਿਲਜੀ ਵੰਸ਼ ਦਾ ਜੋ ਸੰਸਥਾਪਕ ਮੰਨਿਆ ਜਾਂਦਾ ਹੈ ਉਹ ਹੈ ਜੀ ਜਲਾਲੂਦੀਨ ਖਿਲਜੀ। ਇਸ ਦਾ ਰਾਜ ਕਰਨ ਦਾ ਸਮਾਂ ਸੀ ਜੀ 1290 ਤੋਂ ਲੈ ਕੇ 1296 ਈਸਵੀ ਤੱਕ। ਸਭ ਤੋਂ ਪਹਿਲਾਂ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਜਲਾਲੂਦੀਨ ਖਿਲਜੀ ਬਾਰੇ ਜਾਣਾਂਗੇ। ਉਸ ਤੋਂ ਬਾਅਦ ਜੋ ਅਗਲਾ ਸ਼ਾਸਕ ਆਉਂਦਾ ਹੈ ਉਸ ਦਾ ਨਾਮ ਸੀ ਜੀ ਅਲਾਉਦੀਨ ਖਿਲਜੀ, ਜੋ ਅੱਜ ਦੀ ਵੀਡੀਓ ਦਾ ਜੀ ਇੱਕ ਮੁੱਖ ਸ਼ਾਸਕ ਆ, ਜਿਸ ਦੇ ਬਾਰੇ ਆਪਾਂ ਅੱਜ ਕਾਫੀ ਡਿਟੇਲ ਦੇ ਨਾਲ ਗੱਲਬਾਤ ਕਰਾਂਗੇ। ਇਸ ਦਾ ਰਾਜ ਕਰਨ ਦਾ ਸਮਾਂ ਸੀ ਜੀ 1296 ਤੋਂ ਲੈ ਕੇ 1316 ਈਸਵੀ ਤੱਕ। ਲਗਭਗ 20 ਸਾਲ ਦੀ ਇਸ ਨੇ ਰਾਜ ਕੀਤਾ ਤੇ ਜੋ ਸਭ ਤੋਂ ਜ਼ਿਆਦਾ ਖਿਲਜੀ ਵੰਸ਼ ਵਿੱਚੋਂ ਪ੍ਰਸ਼ਨ ਪੁੱਛੇ ਜਾਂਦੇ ਆ ਉਹ ਆਪਾਂ ਨੂੰ ਅਲਾਉਦੀਨ ਖਿਲਜੀ ਦੇ ਰਿਲੇਟਡ ਹੀ ਪੁੱਛੇ ਜਾਂਦੇ ਆ ਜੀ। ਅਲਾਉਦੀਨ ਖਿਲਜੀ ਜਦੋਂ ਰਾਜਾ ਬਣਿਆ ਜੀ ਤਾਂ ਉਸ ਦਾ ਕੁਝ ਰਾਜ ਕਰਨ ਦਾ ਸਿਧਾਂਤ ਸੀ। ਅੱਜ ਦੀ ਵੀਡੀਓ ਦੇ ਵਿੱਚ ਆਪਾਂ ਉਸ ਨੂੰ ਜਾਣਾਂਗੇ। ਉਸ ਤੋਂ ਬਾਅਦ ਆਪਾਂ ਗੱਲ ਕਰਾਂਗੇ ਜੀ ਜੋ 4 ਅਧਿਆਦੇਸ਼ ਅਲਾਉਦੀਨ ਖਿਲਜੀ ਦੇ ਦੁਆਰਾ ਜਾਰੀ ਕੀਤੇ ਗਏ ਸੀ ਉਹਨਾਂ ਬਾਰੇ। ਫਿਰ ਆਪਾਂ ਗੱਲ ਕਰਾਂਗੇ ਜੀ ਜੋ ਅਲਾਉਦੀਨ ਖਿਲਜੀ ਨੇ ਸੈਨਿਕ ਸੁਧਾਰ ਕੀਤੇ ਆ, ਸੈਨਾ ਦੇ ਵਿੱਚ ਜੋ ਸੁਧਾਰ ਕੀਤੇ ਆ ਜੀ ਉਹਨਾਂ ਬਾਰੇ ਪੜਾਂਗੇ। ਸੈਨਿਕ ਸੁਧਾਰ ਤੋਂ ਬਾਅਦ ਆਪਾਂ ਜਾਣਾਂਗੇ ਜੀ ਬਾਜ਼ਾਰ ਵਿਵਸਥਾ। ਇਹ ਬਾਜ਼ਾਰ ਵਿਵਸਥਾ ਜੀ ਅਲਾਉਦੀਨ ਖਿਲਜੀ ਦੇ ਦੁਆਰਾ ਕੀਤੀ ਗਈ ਸੀ। ਇਸ ਨੂੰ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਕਾਫੀ ਡਿਟੇਲ ਦੇ ਨਾਲ ਪੜਾਂਗੇ। ਬਾਜ਼ਾਰ ਵਿਵਸਥਾ ਤੋਂ ਬਾਅਦ ਆਪਾਂ ਵੇਖਾਂਗੇ ਜੀ ਅਲਾਉਦੀਨ ਖਿਲਜੀ ਦੀਆਂ ਜਿੱਤਾਂ ਬਾਰੇ। ਜਿਸ ਤਰ੍ਹਾਂ ਤੁਸੀਂ ਮੈਪ ਦੇ ਵਿੱਚ ਦੇਖ ਰਹੇ ਹੋ, ਜੋ ਇਹ ਗ੍ਰੀਨ ਵਾਲਾ ਏਰੀਆ ਜੀ ਇਹ ਸਾਰਾ ਖਿਲਜੀ ਵੰਸ਼ ਦੇ ਅੰਡਰ ਆਉਂਦਾ ਸੀ। ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਜੀ ਕਿ ਇੱਕ ਬਹੁਤ ਵੱਡਾ ਖੇਤਰ ਸੀ ਜੋ ਅਲਾਉਦੀਨ ਖਿਲਜੀ ਦੇ ਅੰਡਰ ਆਉਂਦਾ ਸੀ। ਇਸ ਤਰ੍ਹਾਂ ਆਪਾਂ ਨੂੰ ਪਤਾ ਲੱਗਦਾ ਜੀ ਕਿ ਜੋ ਅਲਾਉਦੀਨ ਖਿਲਜੀ ਇਸ ਨੇ ਬਹੁਤ ਸਾਰੇ ਪ੍ਰਦੇਸ਼ਾਂ ਨੂੰ ਜਿੱਤਿਆ ਸੀ। ਇਹਨਾਂ ਦੇ ਬਾਰੇ ਵੀ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਡਿਟੇਲ ਨਾਲ ਗੱਲ ਕਰਾਂਗੇ। ਫਿਰ ਆਪਾਂ ਦੇਖਾਂਗੇ ਜੀ ਕਿ ਜਦੋਂ ਅਲਾਉਦੀਨ ਖਿਲਜੀ ਦੀ ਮੌਤ ਹੋ ਜਾਂਦੀ ਹੈ ਤਾਂ ਉਸ ਤੋਂ ਬਾਅਦ ਉਹਦੇ ਕਿਹੜੇ ਉੱਤਰਾਧਿਕਾਰੀ ਆਉਂਦੇ ਆ ਉਹਨਾਂ ਦੇ ਬਾਰੇ ਜਾਣਾਂਗੇ ਤੇ ਅੰਤ ਵਿੱਚ ਆਪਾਂ ਪੜਾਂਗੇ ਜੀ ਕਿ ਕਿਸ ਤਰ੍ਹਾਂ ਖਿਲਜੀ ਵੰਸ਼ ਦਾ ਅੰਤ ਹੋਇਆ। ਮੇਨ ਪੁਆਇੰਟਸ ਬਾਰੇ ਗੱਲ ਕਰਨ ਤੋਂ ਬਾਅਦ ਹੁਣ ਆਪਾਂ ਸ਼ੁਰੂ ਕਰਦੇ ਹਾਂ ਜੀ ਅੱਜ ਦੇ ਆਪਣੇ ਟੌਪਿਕ ਨੂੰ। ਸਭ ਤੋਂ ਪਹਿਲਾਂ ਆਪਾਂ ਪੜ੍ਹਦੇ ਹਾਂ ਜੀ ਜਲਾਲੂਦੀਨ ਖਿਲਜੀ ਬਾਰੇ, ਜਿਸ ਦਾ ਰਾਜ ਕਰਨ ਦਾ ਸਮਾਂ ਸੀ 1290 ਤੋਂ ਲੈ ਕੇ 1296 ਈਸਵੀ ਤੱਕ ਦਾ। ਲਗਭਗ 6 ਸਾਲ ਦਾ ਸਮਾਂ ਸੀ ਇਹ। ਜੋ ਜਲਾਲੂਦੀਨ ਖਿਲਜੀ ਆ ਜੀ ਇਸੇ ਨੂੰ ਖਿਲਜੀ ਵੰਸ਼ ਦਾ ਸੰਸਥਾਪਕ ਕਿਹਾ ਜਾਂਦਾ ਹੈ। ਅਤੇ ਜੋ ਜਲਾਲੂਦੀਨ ਖਿਲਜੀ ਹੈ ਜੀ ਇਹ 1290 ਈਸਵੀ ਦੇ ਵਿੱਚ ਸ਼ਾਸਕ ਬਣਿਆ ਸੀ। ਇਹ ਦਾਸ ਵੰਸ਼ ਦੇ ਆਖਰੀ ਸ਼ਾਸਕ ਜਿਸ ਦਾ ਨਾਮ ਸੀ ਜੀ ਕਿਉਮਰਸ, ਉਸ ਦੀ ਹੱਤਿਆ ਕਰਕੇ ਸ਼ਾਸਕ ਬਣਿਆ ਸੀ। ਜਿਵੇਂ ਕਿ ਆਪਾਂ ਲਾਸਟ ਵੀਡੀਓ ਦੇ ਵਿੱਚ ਪੜ੍ਹਿਆ ਸੀ ਕਿ ਜੋ ਦਾਸ ਵੰਸ਼ ਦਾ ਆਖਰੀ ਸ਼ਾਸਕ ਸੀ ਉਸ ਦਾ ਨਾਮ ਸੀ ਕਿਉਮਰਸ, ਉਹ ਇੱਕ ਅਯੋਗ ਸ਼ਾਸਕ ਸੀ। ਉਸ ਦੀ ਹੱਤਿਆ ਕਰਕੇ ਹੀ ਜੀ 1290 ਦੇ ਵਿੱਚ ਜਲਾਲੂਦੀਨ ਖਿਲਜੀ ਰਾਜਾ ਬਣਦਾ ਹੈ। ਅਤੇ ਜਿਸ ਸਮੇਂ ਜਲਾਲੂਦੀਨ ਖਿਲਜੀ ਰਾਜਾ ਬਣਿਆ ਸੀ ਜੀ ਉਸ ਸਮੇਂ ਇਸ ਦੀ ਉਮਰ ਸੀ 70 ਸਾਲ ਦੀ, ਯਾਨੀ ਕਿ ਇੱਕ ਇਹ ਬਹੁਤ ਵੱਡੀ ਉਮਰ ਦੇ ਵਿੱਚ ਇੱਕ ਬਜ਼ੁਰਗ ਅਵਸਥਾ ਦੇ ਵਿੱਚ ਜਾ ਕੇ ਇਹ ਸ਼ਾਸਕ ਬਣਿਆ ਸੀ। ਇਸੇ ਲਈ ਜੇ ਆਪਣੇ ਸ਼ਾਸਨ ਕਾਲ ਦੇ ਸਮੇਂ ਵਿੱਚ ਆਪਣੇ ਰਾਜ ਦੇ ਵਿੱਚ ਵੱਖ-ਵੱਖ ਥਾਵਾਂ 'ਤੇ ਜਾ ਕੇ ਕੋਈ ਆਪਣੇ ਆਪ ਕੋਈ ਅਭਿਆਨ ਨਹੀਂ ਕਰਦਾ ਸੀ। ਇਹ ਆਪਣੇ ਸੈਨਿਕਾਂ ਨੂੰ, ਆਪਣੇ ਅਧਿਕਾਰੀਆਂ ਨੂੰ ਹੀ ਆਦੇਸ਼ ਦੇ ਕੇ ਭੇਜ ਦਿੰਦਾ ਸੀ। ਇਸੇ ਤਰ੍ਹਾਂ ਹੀ ਜੀ ਜਲਾਲੂਦੀਨ ਨੇ ਅਲਾਉਦੀਨ ਖਿਲਜੀ ਨੂੰ ਦੇਵਗਿਰੀ ਦੇ ਅਭਿਆਨ 'ਤੇ ਭੇਜਿਆ ਸੀ। ਜੋ ਇਹ ਦੇਵਗਿਰੀ ਆ ਜੀ ਇੱਕ ਦੱਖਣੀ ਭਾਰਤ ਦਾ ਖੇਤਰ ਆ, ਉੱਥੇ ਜੀ ਇਸ ਨੇ ਅਲਾਉਦੀਨ ਖਿਲਜੀ ਨੂੰ ਅਭਿਆਨ ਦੇ ਲਈ ਭੇਜਿਆ ਸੀ। ਅਤੇ ਇਸੇ ਅਭਿਆਨ ਤੋਂ ਵਾਪਸ ਆਉਣ ਸਮੇਂ ਜੀ 1296 ਈਸਵੀ ਦੇ ਵਿੱਚ ਜੋ ਅਲਾਉਦੀਨ ਖਿਲਜੀ ਹੈ ਜੀ ਉਸਨੇ ਜਲਾਲੂਦੀਨ ਖਿਲਜੀ ਦੀ ਆ ਕੇ ਹੱਤਿਆ ਕਰ ਦਿੱਤੀ ਅਤੇ ਆਪਣੇ ਆਪ ਨੂੰ ਜੀ ਸ਼ਾਸਕ ਘੋਸ਼ਿਤ ਕਰ ਦਿੱਤਾ। ਇਹ ਅਲਾਉਦੀਨ ਖਿਲਜੀ ਕੌਣ ਆ ਜੀ, ਇਸ ਦੇ ਬਾਰੇ ਆਪਾਂ ਨੈਕਸਟ ਸਲਾਈਡ ਦੇ ਵਿੱਚ ਜਾਣਦੇ ਹਾਂ। ਜਲਾਲੂਦੀਨ ਖਿਲਜੀ ਤੋਂ ਬਾਅਦ ਜੋ ਖਿਲਜੀ ਵੰਸ਼ ਦਾ ਅਗਲਾ ਸ਼ਾਸਕ ਬਣਿਆ ਹੈ ਜੀ ਉਸ ਦਾ ਨਾਮ ਸੀ ਅਲਾਉਦੀਨ ਖਿਲਜੀ।
ਅਤੇ ਇਸ ਦਾ ਰਾਜ ਕਰਨ ਦਾ ਸਮਾਂ ਸੀ ਜੀ 1296 ਤੋਂ ਲੈ ਕੇ 1316 ਈਸਵੀ ਤੱਕ ਦਾ। ਲਗਭਗ 20 ਸਾਲ ਦੇ ਲਈ ਇਸਨੇ ਰਾਜ ਕੀਤਾ ਹੈ। ਜੋ ਅਲਾਉਦੀਨ ਖਿਲਜੀ ਹੈ ਜੀ, ਇਹੀ ਖਿਲਜੀ ਵੰਸ਼ ਦਾ ਇੱਕ ਮੁੱਖ ਸ਼ਾਸਕ ਆ ਜਿਸ ਦੇ ਬਾਰੇ ਆਪਾਂ ਨੂੰ ਵੱਧ ਤੋਂ ਵੱਧ ਪ੍ਰਸ਼ਨ ਆਉਂਦੇ ਨੇ। ਸਲਾਈਡ ਦੇ ਵਿੱਚ ਜੋ ਤੁਸੀਂ ਇਹ ਪਿਕ ਦੇਖ ਰਹੇ ਹੋ ਜੀ, ਇਹ ਰਣਬੀਰ ਸਿੰਘ ਹੈ ਜੀ, ਇੱਕ ਬਾਲੀਵੁੱਡ ਹੀਰੋ, ਉਹਨਾਂ ਦੀ ਪਿਕ ਹੈ। ਇਹਨਾਂ ਨੇ ਜੀ ਪਦਮਾਵਤ ਮੂਵੀ ਦੇ ਵਿੱਚ ਅਲਾਉਦੀਨ ਖਿਲਜੀ ਦਾ ਰੋਲ ਕੀਤਾ ਸੀ ਅਤੇ ਇੱਥੇ ਪਿਕ ਦੇ ਵਿੱਚ ਇਹ ਅਲਾਉਦੀਨ ਖਿਲਜੀ ਦੇ ਗੈਟਅਪ ਦੇ ਵਿੱਚ ਨੇ। ਇਸ ਲਈ ਜੀ ਆਪਾਂ ਅਲਾਉਦੀਨ ਖਿਲਜੀ ਦੀ ਜਗ੍ਹਾ 'ਤੇ ਇੱਥੇ ਰਣਵੀਰ ਸਿੰਘ ਦੀ ਫੋਟੋ ਨੂੰ ਯੂਜ਼ ਕੀਤਾ ਹੈ, ਕਿਉਂਕਿ ਜੋ ਪੁਰਾਣੇ ਸ਼ਾਸਕ ਨੇ ਇਹਨਾਂ ਦੀਆਂ ਵੈਸੇ ਵੀ ਆਪਾਂ ਨੂੰ ਰੀਅਲ ਪਿਕਸ ਨਹੀਂ ਮਿਲਦੀਆਂ। ਉਹਨਾਂ ਦੀਆਂ ਜ਼ਿਆਦਾਤਰ ਜੋ ਆਪਾਂ ਨੂੰ ਪਿਕਸ ਮਿਲਦੀਆਂ ਨੇ ਜੀ, ਉਹ ਇਮੈਜਨਰੀ ਹੁੰਦੀਆਂ ਨੇ। ਜੋ ਅਲਾਉਦੀਨ ਖਿਲਜੀ ਹੈ ਜੀ 1296 ਈਸਵੀ ਦੇ ਵਿੱਚ ਸ਼ਾਸਕ ਬਣਿਆ। ਜਿਵੇਂ ਕਿ ਆਪਾਂ ਲਾਸਟ ਸਲਾਈਡ ਦੇ ਵਿੱਚ ਦੇਖ ਚੁੱਕੇ ਹਾਂ ਕਿ 1296 ਈਸਵੀ ਦੇ ਵਿੱਚ ਜਦੋਂ ਅਲਾਉਦੀਨ ਖਿਲਜੀ ਜੀ ਦੇਵਗਿਰੀ ਦੇ ਅਭਿਆਨ ਤੋਂ ਵਾਪਸ ਆਉਂਦਾ ਹੈ ਤਾਂ ਉਹ ਜੋ ਜਲਾਲੂਦੀਨ ਖਿਲਜੀ ਹੈ ਜੀ, ਉਸ ਦੀ ਹੱਤਿਆ ਕਰਕੇ ਖੁਦ ਸ਼ਾਸਕ ਬਣ ਜਾਂਦਾ ਹੈ। ਸਭ ਤੋਂ ਪਹਿਲਾਂ ਆਪਾਂ ਜਾਣ ਲੈਂਦੇ ਹਾਂ ਜੀ ਕਿ ਜੋ ਅਲਾਉਦੀਨ ਖਿਲਜੀ ਹੈ ਸੀ ਕੌਣ। ਇਹ ਜੋ ਅਲਾਉਦੀਨ ਖਿਲਜੀ ਹੈ ਜੀ, ਇਹ ਜਲਾਲੂਦੀਨ ਖਿਲਜੀ ਦਾ ਭਤੀਜਾ ਸੀ ਅਤੇ ਭਤੀਜੇ ਦੇ ਨਾਲ ਨਾਲ ਇਹ ਉਸ ਦਾ ਜਵਾਈ ਵੀ ਸੀ। ਜੋ ਅਲਾਉਦੀਨ ਖਿਲਜੀ ਹੈ ਜੀ, ਇਸ ਦਾ ਪਹਿਲਾ ਨਾਮ ਸੀ ਅਲੀ ਅਤੇ ਸ਼ਾਸਕ ਬਣਨ ਤੋਂ ਬਾਅਦ ਇਸ ਨੇ ਆਪਣਾ ਨਾਮ ਅਲਾਉਦੀਨ ਰੱਖ ਲਿਆ ਜੀ। ਜੋ ਅਲਾਉਦੀਨ ਹੈ ਜੀ, ਇਸ ਨੇ 1296 ਈਸਵੀ ਦੇ ਵਿੱਚ ਇਹ ਮਹਿਸੂਸ ਕੀਤਾ ਕਿ ਜੋ ਜਲਾਲੂਦੀਨ ਗੱਦੀ ਦੇ ਉੱਪਰ ਬੈਠਾ ਸ਼ਾਸਨ ਕਰ ਰਿਹਾ ਹੈ, ਉਹ ਬਹੁਤ ਬਜ਼ੁਰਗ ਹੈ ਅਤੇ ਉਹ ਸ਼ਾਸਨ ਨੂੰ ਵਧੀਆ ਢੰਗ ਨਾਲ ਨਹੀਂ ਚਲਾ ਰਿਹਾ। ਉਸ ਨੇ ਆਪਣੇ ਆਪ ਨੂੰ ਵੱਧ ਯੋਗ ਸਮਝਦੇ ਹੋਏ ਜਲਾਲੂਦੀਨ ਦੀ ਹੱਤਿਆ ਕਰ ਦਿੱਤੀ ਅਤੇ ਖੁਦ ਨੂੰ ਸ਼ਾਸਕ ਘੋਸ਼ਿਤ ਕਰ ਦਿੱਤਾ। ਜਿਵੇਂ ਕਿ ਆਪਾਂ ਲਾਸਟ ਵੀਡੀਓ ਵਿੱਚ ਵੀ ਦੇਖਿਆ ਸੀ ਕਿ ਜਦੋਂ ਵੀ ਕੋਈ ਸ਼ਾਸਕ ਜੀ ਪਹਿਲੇ ਸ਼ਾਸਕ ਨੂੰ ਮਾਰ ਕੇ ਗੱਦੀ ਪ੍ਰਾਪਤ ਕਰਦਾ ਹੈ ਤਾਂ ਉਸ ਨੂੰ ਜੀ ਵਿਦਰੋਹ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਉਸ ਨੂੰ ਆਪਣੇ ਬਚਾਅ ਲਈ, ਆਪਣੇ ਰਾਜ ਨੂੰ ਵਧੀਆ ਢੰਗ ਨਾਲ ਚਲਾਉਣ ਲਈ ਕੁਝ ਨਾ ਕੁਝ ਸਖਤ ਕਦਮ ਚੱਕਣੇ ਪੈਂਦੇ ਹਨ। ਇਸੇ ਤਰ੍ਹਾਂ ਹੁਣ ਆਪਾਂ ਵੇਖਦੇ ਹਾਂ ਜੀ ਕਿ ਜਦੋਂ ਅਲਾਉਦੀਨ ਖਿਲਜੀ ਆਪਣੇ ਹੀ ਚਾਚੇ ਨੂੰ ਮਾਰ ਕੇ ਗੱਦੀ ਪ੍ਰਾਪਤ ਕਰਦਾ ਹੈ, ਜਿਸ ਸਮੇਂ ਕਿ ਉਸਦੇ ਦਰਬਾਰੀ ਅਤੇ ਉਸਦੇ ਕਈ ਪਰਿਵਾਰਕ ਮੈਂਬਰ ਵੀ ਉਸਦੇ ਖਿਲਾਫ ਹੋ ਜਾਂਦੇ ਆ ਅਤੇ ਉਹ ਆਪਣੇ ਆਪ ਨੂੰ ਬਚਾਉਣ ਲਈ ਅਤੇ ਆਪਣੇ ਰਾਜ ਨੂੰ ਬਚਾਉਣ ਲਈ ਕਿਸ ਤਰ੍ਹਾਂ ਦੇ ਕਦਮ ਚੁੱਕਦਾ ਹੈ। ਇਸੇ ਦੇ ਵਿੱਚ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਜੀ ਕਿ ਜੋ ਅਲਾਉਦੀਨ ਖਿਲਜੀ ਹੈ, ਇਸ ਨੇ ਇੱਕ ਰਾਜ ਕਰਨ ਦਾ ਸਿਧਾਂਤ ਅਪਣਾਇਆ ਸੀ। ਇਹ ਰਾਜ ਕਰਨ ਦਾ ਸਿਧਾਂਤ ਕੀ ਸੀ? ਇਹ ਇਸ ਨੇ ਇਸੇ ਲਈ ਅਪਣਾਇਆ ਸੀ ਕਿ ਤਾਂ ਇਹ ਆਪਣੇ ਸ਼ਾਸਨ ਪ੍ਰਬੰਧ ਨੂੰ ਵਧੀਆ ਢੰਗ ਨਾਲ ਚਲਾ ਸਕੇ ਅਤੇ ਵਿਦਰੋਹ ਨੂੰ ਖਤਮ ਕਰ ਸਕੇ। ਹੁਣ ਆਪਾਂ ਜਾਣਦੇ ਹਾਂ ਜੀ ਕਿ ਰਾਜ ਪ੍ਰਬੰਧ ਜਾਂ ਰਾਜ ਕਰਨ ਦਾ ਸਿਧਾਂਤ ਕੀ ਸੀ। ਜੋ ਅਲਾਉਦੀਨ ਖਿਲਜੀ ਹੈ ਜੀ, ਇਸ ਨੇ ਰਾਜ ਕਰਨ ਦੇ ਸਿਧਾਂਤ ਦੇ ਵਿੱਚ ਸੀ ਕਿ ਇਸ ਨੇ ਧਰਮ ਅਤੇ ਸ਼ਾਸਨ ਨੂੰ ਵੱਖ-ਵੱਖ ਰੱਖਿਆ। ਜਿਸ ਤਰ੍ਹਾਂ ਆਪਾਂ ਵੇਖਿਆ ਸੀ ਕਿ ਜੋ ਦਿੱਲੀ ਸਲਤਨਤ ਦੇ ਪਹਿਲਾਂ ਵਾਲੇ ਸ਼ਾਸਕ ਸੀ, ਜੋ ਜਿਸ ਤਰ੍ਹਾਂ ਕਿ ਗੁਲਾਮ ਵੰਸ਼ ਦੇ ਸ਼ਾਸਕ ਸੀ, ਉਹਨਾਂ ਸਾਰਿਆਂ ਨੇ ਜੀ ਜਦੋਂ ਸ਼ਾਸਕ ਬਣੇ ਆ ਤਾਂ ਉਹਨਾਂ ਨੇ ਖਲੀਫਾ ਕੋਲ ਜਾ ਕੇ ਇੱਕ ਉਪਾਧੀ ਧਾਰਨ ਕੀਤੀ ਹੈ ਅਤੇ ਫਿਰ ਇਸਲਾਮਿਕ ਜੋ ਧਰਮ ਆ ਜੀ, ਉਹਨਾਂ ਦੇ ਅਸੂਲਾਂ ਦੇ ਅਨੁਸਾਰ ਹੀ ਉਹਨਾਂ ਨੇ ਰਾਜ ਕੀਤਾ। ਪਰ ਜਦੋਂ ਕਿ ਜੋ ਅਲਾਉਦੀਨ ਖਿਲਜੀ ਸੀ, ਇਸ ਨੇ ਧਰਮ ਅਤੇ ਸ਼ਾਸਨ ਨੂੰ ਵੱਖ-ਵੱਖ ਰੱਖਿਆ। ਇਸ ਨੇ ਇਸਲਾਮ ਦੇ ਸਿਧਾਂਤਾਂ ਦੇ ਅਨੁਸਾਰ ਸ਼ਾਸਨ ਕਰਨ ਤੋਂ ਨਾ ਕਰ ਦਿੱਤੀ। ਇਸ ਤਰ੍ਹਾਂ ਜੀ ਇਸ ਨੇ ਧਰਮ ਅਤੇ ਸ਼ਾਸਨ ਨੂੰ ਵੱਖ-ਵੱਖ ਰੱਖਣ ਵਾਲਾ ਇਹ ਪਹਿਲਾ ਸ਼ਾਸਕ ਸੀ ਅਤੇ ਇਸ ਨੇ ਖਲੀਫਾ ਤੋਂ ਕੋਈ ਵੀ ਉਪਾਧੀ ਧਾਰਨ ਨਹੀਂ ਕੀਤੀ। ਰਾਜ ਕਰਨ ਦੇ ਸਿਧਾਂਤ ਦੇ ਵਿੱਚ ਹੀ ਦੂਸਰਾ ਪੁਆਇੰਟ ਆ ਜਾਂਦਾ ਹੈ ਜੀ ਨਿਰੰਕੁਸ਼ਤਾ ਦਾ ਸਿਧਾਂਤ। ਜੋ ਅਲਾਉਦੀਨ ਖਿਲਜੀ ਹੈ ਜੀ, ਇਸ ਨੇ ਇੱਕ ਨਿਰੰਕੁਸ਼ ਸ਼ਾਸਕ ਦੇ ਰੂਪ ਵਿੱਚ ਰਾਜ ਕੀਤਾ। ਜਿਸ ਤਰ੍ਹਾਂ ਆਪਾਂ ਦੇਖਿਆ ਸੀ ਕਿ ਲਾਸਟ ਵੀਡੀਓ ਦੇ ਵਿੱਚ ਜੋ ਬਲਬਨ ਸੀ, ਬਲਬਨ ਇੱਕ ਸ਼ਾਸਕ ਹੋਇਆ ਸੀ ਦਾਸ ਵੰਸ਼ ਦੇ ਵਿੱਚ, ਉਸਨੇ ਵੀ ਜਦੋਂ ਆਪਣੇ ਪਹਿਲਾਂ ਵਾਲੇ ਸ਼ਾਸਕ ਦੀ ਹੱਤਿਆ ਕਰਕੇ ਗੱਦੀ ਪ੍ਰਾਪਤ ਕੀਤੀ ਸੀ ਤਾਂ ਉਸਨੇ ਵੀ ਜੋ ਇੱਕ ਨਿਰੰਕੁਸ਼ ਸ਼ਾਸਕ ਦੇ ਰੂਪ ਵਿੱਚ ਜੀ ਸ਼ਾਸਨ ਕੀਤਾ ਸੀ। ਇਸੇ ਤਰ੍ਹਾਂ ਹੀ ਜੀ ਅਲਾਉਦੀਨ ਖਿਲਜੀ ਨੇ ਵੀ ਇਸ ਸਮੇਂ ਨਿਰੰਕੁਸ਼ ਸ਼ਾਸਕ ਦੇ ਰੂਪ ਵਿੱਚ ਸ਼ਾਸਨ ਕੀਤਾ। ਕੋਈ ਵੀ ਰਾਜਾ ਜੀ ਨਿਰੰਕੁਸ਼ ਸ਼ਾਸਕ ਤਾਂ ਬਣਦਾ ਸੀ ਤਾਂ ਕਿ ਉਹ ਆਪਣੇ ਖਿਲਾਫ ਹੋਣ ਵਾਲੇ ਵਿਦਰੋਹਾਂ ਨੂੰ ਦਬਾ ਸਕੇ। ਜਿਵੇਂ ਕਿ ਆਪਾਂ ਨੂੰ ਪਤਾ ਹੈ ਜੀ ਕਿ ਇੱਥੇ ਜੋ ਅਲਾਉਦੀਨ ਖਿਲਜੀ ਹੈ, ਇਸ ਨੇ ਆਪਣੇ ਚਾਚੇ ਦੀ ਹੱਤਿਆ ਕਰਕੇ ਹੀ ਗੱਦੀ ਪ੍ਰਾਪਤ ਕੀਤੀ ਸੀ ਅਤੇ ਇੱਥੇ ਲਾਜ਼ਮੀ ਸੀ ਕਿ ਕੁਝ ਦਰਬਾਰੀ ਅਤੇ ਕੁਝ ਉਸਦੇ ਰਿਸ਼ਤੇਦਾਰ ਵੀ ਜੋ ਅਲਾਉਦੀਨ ਖਿਲਜੀ ਹੈ ਜੀ, ਉਸ ਦੇ ਖਿਲਾਫ ਵਿਦਰੋਹ ਕਰਦੇ। ਇਹਨਾਂ ਵਿਦਰੋਹਾਂ ਨੂੰ ਦਬਾਉਣ ਲਈ ਜੀ ਜੋ ਅਲਾਉਦੀਨ ਖਿਲਜੀ ਹੈ, ਇਸ ਨੇ ਇੱਕ ਨਿਰੰਕੁਸ਼ ਸ਼ਾਸਕ ਦੇ ਰੂਪ ਵਿੱਚ ਸ਼ਾਸਨ ਕਰਨ ਦਾ ਫੈਸਲਾ ਲਿਆ। ਇਸ ਤਰ੍ਹਾਂ ਜੀ ਅਲਾਉਦੀਨ ਖਿਲਜੀ ਨੇ ਇੱਕ ਨਿਰੰਕੁਸ਼ ਸ਼ਾਸਕ ਬਣ ਕੇ ਇਹਨਾਂ ਵਿਦਰੋਹਾਂ ਨੂੰ ਬਹੁਤ ਹੀ ਵਧੀਆ ਢੰਗ ਨਾਲ ਦਬਾ ਦਿੱਤਾ। ਜਿਸ ਤਰ੍ਹਾਂ ਆਪਾਂ ਲਾਸਟ ਸਲਾਈਡ ਦੇ ਵਿੱਚ ਪੜ੍ਹਿਆ ਹੈ ਕਿ ਅਲਾਉਦੀਨ ਖਿਲਜੀ ਜਦੋਂ ਜਲਾਲੂਦੀਨ ਖਿਲਜੀ ਦੀ ਹੱਤਿਆ ਕਰਕੇ ਗੱਦੀ ਦੇ ਉੱਪਰ ਬੈਠ ਰਹੇ ਤਾਂ ਉਸ ਦੇ ਵਿਰੁੱਧ ਕਾਫੀ ਲੋਕ ਵਿਦਰੋਹ ਕਰਨ ਦਾ ਸੋਚਣ ਲੱਗ ਜਾਂਦੇ ਨੇ। ਅਲਾਉਦੀਨ ਖਿਲਜੀ ਇਸ ਗੱਲ ਨੂੰ ਬਹੁਤ ਵਧੀਆ ਢੰਗ ਨਾਲ ਸਮਝਦਾ ਸੀ ਕਿ ਉਸ ਦੇ ਵਿਰੁੱਧ ਵਿਦਰੋਹ ਉਹੀ ਵਿਅਕਤੀ ਕਰ ਸਕਦਾ ਹੈ ਜਿਸ ਦੇ ਕੋਲੇ ਪੈਸਾ ਵੀ ਬਹੁਤ ਹੋਵੇ ਅਤੇ ਜਿਸ ਦੇ ਕੋਲੇ ਕੋਈ ਸ਼ਕਤੀ ਹੋਵੇ, ਯਾਨੀ ਕਿ ਉਸ ਦੇ ਕੋਲੇ ਸੈਨਾ ਹੋਵੇ। ਅਲਾਉਦੀਨ ਖਿਲਜੀ ਨੇ ਸੋਚਿਆ ਕਿ ਜੇਕਰ ਉਹ ਵਿਅਕਤੀਆਂ ਤੋਂ ਉਹਨਾਂ ਦੇ ਪੈਸੇ ਨੂੰ ਹੀ ਵਾਪਸ ਖਿੱਚ ਲਵੇਗਾ, ਯਾਨੀ ਕਿ ਸਭ ਲੋਕਾਂ ਨੂੰ ਉਹ ਗਰੀਬ ਕਰ ਦੇਵੇਗਾ, ਤਾਂ ਕੋਈ ਵੀ ਉਸ ਦੇ ਖਿਲਾਫ ਜੀ ਵਿਦਰੋਹ ਕਰਨ ਦੀ ਨਹੀਂ ਸੋਚੇਗਾ। ਇਸੇ ਲਈ ਜੀ ਉਸਨੇ 4 ਕਾਨੂੰਨ ਪਾਸ ਕੀਤੇ ਨੇ, ਜਿਸ ਵਿੱਚ ਲੋਕਾਂ ਉੱਪਰ ਵੱਖ-ਵੱਖ ਤਰ੍ਹਾਂ ਦੀਆਂ ਉਸਨੇ ਰੋਕਾਂ ਲਾਈਆਂ। ਇਹਨਾਂ ਨੂੰ ਹੁਣ ਆਪਾਂ ਇੱਕ-ਇੱਕ ਕਰਕੇ ਦੇਖਦੇ ਹਾਂ। ਸਾਰਿਆਂ ਤੋਂ ਪਹਿਲਾਂ ਕੀ ਹੈ ਜੀ ਕਿ ਜੋ ਵੀ ਭੂਮੀ ਕਿਸੇ ਨੂੰ ਦਾਨ ਦੇ ਰੂਪ ਵਿੱਚ ਦਿੱਤੀ ਗਈ ਸੀ ਜਾਂ ਉਪਹਾਰ ਦੇ ਰੂਪ ਵਿੱਚ ਦਿੱਤੀ ਗਈ ਸੀ, ਯਾਨੀ ਕਿ ਕਿਸੇ ਨੂੰ ਇਨਾਮ ਦੇ ਰੂਪ ਵਿੱਚ ਦਿੱਤੀ ਗਈ ਸੀ,
ਤੀਸਰਾ ਸੀ ਜੀ ਕਿ ਵੇਤਨ ਦੇ ਰੂਪ ਵਿੱਚ ਯਾਨੀ ਕਿ ਤਨਖਾਹ ਦੇ ਰੂਪ ਵਿੱਚ ਦਿੱਤੀ ਗਈ ਭੂਮੀ, ਅਤੇ ਚੌਥੀ ਸੀ ਜੀ ਪੈਨਸ਼ਨ ਦੇ ਰੂਪ ਵਿੱਚ ਦਿੱਤੀ ਗਈ ਭੂਮੀ। ਜਿਨ੍ਹਾਂ ਵੀ ਵਿਅਕਤੀਆਂ ਨੂੰ ਇਹ 4 ਟਾਈਪ ਦੀ ਭੂਮੀ ਦਿੱਤੀ ਗਈ ਸੀ ਉਹਨਾਂ ਤੋਂ ਇਹ ਸਾਰੀ ਭੂਮੀ ਵਾਪਸ ਲੈ ਲਈ ਗਈ ਅਤੇ ਇਸ ਨੂੰ ਜੀ ਸਰਕਾਰੀ ਜ਼ਮੀਨ ਹੁਣ ਘੋਸ਼ਿਤ ਕਰ ਦਿੱਤਾ ਗਿਆ ਸੀ। ਇਸ ਤਰ੍ਹਾਂ ਜੀ ਲੋਕਾਂ ਦੀ ਸ਼ਕਤੀ ਆਟੋਮੈਟਿਕਲੀ ਘਟ ਗਈ, ਕਿਉਂਕਿ ਉਹਨਾਂ ਦੇ ਕੋਲੋਂ ਜੋ ਭੂਮੀ ਉਹਨਾਂ ਨੂੰ ਦਾਨ, ਉਪਹਾਰ, ਵੇਤਨ ਜਾਂ ਪੈਨਸ਼ਨ ਦੇ ਰੂਪ ਵਿੱਚ ਮਿਲੀ ਸੀ ਉਹ ਹੁਣ ਵਾਪਸ ਲੈ ਲਈ ਗਈ ਸੀ। ਇਸ ਤਰ੍ਹਾਂ ਜੋ ਜਿਨ੍ਹਾਂ ਸਰਦਾਰਾਂ ਜਾਂ ਜਿਨ੍ਹਾਂ ਲੋਕਾਂ ਨੂੰ ਇਹ ਭੂਮੀ ਪ੍ਰਦਾਨ ਸੀ ਹੁਣ ਉਹਨਾਂ ਦੇ ਕੋਲੇ ਜੀ ਕੋਈ ਵੀ ਪੈਸੇ ਦਾ ਜਾਂ ਕਹਿ ਸਕਦੇ ਹਾਂ ਕਿ ਓਨੇ ਪੈਸੇ ਦਾ ਸਾਧਨ ਨਹੀਂ ਰਿਹਾ ਜਿੰਨਾ ਕਿ ਉਹਨਾਂ ਕੋਲੇ ਪਹਿਲਾਂ ਸੀ। ਦੂਸਰਾ ਸੀ ਜੀ ਕਿ ਜੋ ਅਲਾਉਦੀਨ ਖਿਲਜੀ ਆ, ਇਸ ਨੇ ਆਪਣੇ ਖੇਤਰ ਦੇ ਵਿੱਚ ਸ਼ਰਾਬ, ਜੂਆ, ਭੰਗ ਆਦਿ 'ਤੇ ਪੂਰੀ ਤਰ੍ਹਾਂ ਰੋਕ ਲਾ ਦਿੱਤੀ ਸੀ। ਅਲਾਉਦੀਨ ਖਿਲਜੀ ਮੰਨਦਾ ਸੀ ਕਿ ਜਦੋਂ ਵੀ ਕੁਝ ਵਿਅਕਤੀ ਇਕੱਠੇ ਬੈਠਦੇ ਨੇ ਤਾਂ ਉਹ ਸ਼ਰਾਬ ਪੀਂਦੇ ਨੇ, ਜੂਆ ਖੇਡਦੇ ਨੇ, ਭੰਗ ਆਦਿ ਦੀ ਵਰਤੋਂ ਕਰਦੇ ਨੇ, ਅਤੇ ਇਸ ਤਰ੍ਹਾਂ ਦੀਆਂ ਜਦੋਂ ਉਹਨਾਂ ਦੀਆਂ ਮਹਿਫਲਾਂ ਜੰਮਦੀਆਂ ਨੇ ਤਾਂ ਉਹਨਾਂ ਦੇ ਵਿੱਚ ਹੀ ਜੋ ਸ਼ਾਸਕ ਹੈ ਜੀ ਉਸ ਦੇ ਖਿਲਾਫ ਵਿਦਰੋਹ ਦੀਆਂ ਗੱਲਾਂ ਹੁੰਦੀਆਂ ਨੇ। ਇਸ ਤਰ੍ਹਾਂ ਜੀ ਉਸਨੇ ਇਹਨਾਂ ਚੀਜ਼ਾਂ ਦੇ ਉੱਪਰ ਰੋਕ ਲਗਾ ਦਿੱਤੀ ਤਾਂ ਕਿ ਕੋਈ ਵੀ ਮਹਿਫਲ ਲੱਗੇ ਹੀ ਨਾ ਅਤੇ ਕੋਈ ਵੀ ਸ਼ਾਸਕ ਦੇ ਖਿਲਾਫ ਜੀ ਵਿਦਰੋਹ ਕਰਨ ਦੀ ਗੱਲ ਨੂੰ ਸੋਚ ਹੀ ਨਾ ਸਕੇ। ਤੀਜਾ ਕੰਮ ਜੋ ਅਲਾਉਦੀਨ ਖਿਲਜੀ ਦੁਆਰਾ ਕੀਤਾ ਗਿਆ ਸੀ ਕਿ ਉਸਨੇ ਜੀ ਇੱਕ ਵਧੀਆ ਗੁਪਤਚਰ ਵਿਭਾਗ ਬਣਾਇਆ। ਉਸ ਦੇ ਦੁਆਰਾ ਜੀ ਜਸੂਸਾਂ ਦਾ ਇੱਕ ਵਿਭਾਗ ਬਣਾਇਆ ਗਿਆ ਤਾਂ ਕਿ ਰਾਜ ਦੇ ਅੰਦਰ ਕੀ ਚੀਜ਼ ਚੱਲ ਰਹੀ ਹੈ ਉਸ ਨੂੰ ਪਹਿਲਾਂ ਪਤਾ ਲੱਗ ਜਾਵੇ। ਜੇਕਰ ਉਸ ਦੇ ਖਿਲਾਫ ਕੋਈ ਸਾਜ਼ਿਸ਼ ਹੁੰਦੀ ਹੈ ਤਾਂ ਉਸ ਦਾ ਜੀ ਰਾਜੇ ਨੂੰ ਪਹਿਲਾਂ 'ਚ ਪਤਾ ਲੱਗ ਸਕੇ ਅਤੇ ਉਹ ਉਸ ਸਾਜ਼ਿਸ਼ ਨੂੰ ਦਬਾ ਸਕੇ ਜਾਂ ਉਸ ਵਿਦਰੋਹ ਨੂੰ ਫੇਲ ਕਰ ਸਕੇ। ਅਤੇ ਜੋ ਚੌਥਾ ਅਧਿਆਦੇਸ਼ ਸੀ, ਇਸ ਅਨੁਸਾਰ ਜੀ ਅਮੀਰ ਲੋਕਾਂ ਦੇ ਆਪਸ ਦੇ ਵਿੱਚ ਵਿਆਹ ਸੰਬੰਧ ਅਤੇ ਦਾਵਤਾਂ ਦੇ ਉੱਪਰ ਰੋਕ ਲਗਾ ਦਿੱਤੀ। ਇੱਕ ਅਮੀਰ ਦਾ ਦੂਸਰੇ ਅਮੀਰ ਦੇ ਘਰ ਵਿਆਹ ਨਹੀਂ ਹੋ ਸਕਦਾ ਸੀ ਅਤੇ ਉਹ ਕਿਸੇ ਵੀ ਪ੍ਰਕਾਰ ਦੀਆਂ ਦਾਵਤਾਂ ਦੇ ਵਿੱਚ ਇਕੱਠੇ ਨਹੀਂ ਹੋ ਸਕਦੇ ਸੀ, ਕਿਉਂਕਿ ਜੀ ਅਲਾਉਦੀਨ ਖਿਲਜੀ ਇਹ ਮੰਨਦਾ ਸੀ ਕਿ ਜਦੋਂ ਵੀ ਅਮੀਰ ਲੋਕ ਇਕੱਠੇ ਹੁੰਦੇ ਨੇ ਜਾਂ ਉਹਨਾਂ ਦੇ ਵਿੱਚ ਵਿਆਹ ਸੰਬੰਧ ਹੁੰਦੇ ਨੇ ਤਾਂ ਉਹ ਆਪਸ ਦੇ ਵਿੱਚ ਰਲ ਕੇ ਜੀ ਰਾਜੇ ਦੇ ਵਿਰੁੱਧ ਕੋਈ ਸਾਜ਼ਿਸ਼ ਕਰਦੇ ਨੇ। ਇਹਨਾਂ ਸਾਜ਼ਿਸ਼ਾਂ ਨੂੰ ਅਤੇ ਵਿਦਰੋਹਾਂ ਨੂੰ ਦਬਾਉਣ ਲਈ ਹੀ ਜੀ ਜੋ ਅਲਾਉਦੀਨ ਖਿਲਜੀ ਇਸ ਨੇ ਅਮੀਰ ਲੋਕਾਂ ਦੇ ਦਾਵਤਾਂ ਅਤੇ ਉਹਨਾਂ ਦੇ ਵਿਆਹ ਸੰਬੰਧਾਂ ਦੇ ਉੱਪਰ ਪੂਰਨ ਤੌਰ 'ਤੇ ਰੋਕ ਲਾ ਦਿੱਤੀ ਸੀ। ਇਸ ਤਰ੍ਹਾਂ ਇਹ ਚਾਰਾਂ ਅਧਿਆਦੇਸ਼ਾਂ ਨੂੰ ਪੜ੍ਹ ਕੇ ਆਪਾਂ ਨੂੰ ਇਹ ਗੱਲ ਸਮਝ ਆਉਂਦੀ ਹੈ ਕਿ ਜੋ ਅਲਾਉਦੀਨ ਖਿਲਜੀ ਹੈ ਇਸ ਨੇ ਆਪਣੇ ਖਿਲਾਫ ਹੋਣ ਵਾਲੀਆਂ ਸਾਜ਼ਿਸ਼ਾਂ ਅਤੇ ਵਿਦਰੋਹਾਂ ਨੂੰ ਦਬਾਉਣ ਲਈ ਇਹ ਸਭ ਕੁਝ ਕੀਤਾ ਸੀ। ਉਹ ਕਿਸੇ ਵੀ ਪ੍ਰਕਾਰ ਦੀ ਕੋਈ ਪੋਸੀਬਿਲਿਟੀ ਨਹੀਂ ਛੱਡਣਾ ਚਾਹੁੰਦਾ ਸੀ ਕਿ ਉਸ ਦੇ ਖਿਲਾਫ ਕੋਈ ਵੀ ਵਿਦਰੋਹ ਹੋ ਸਕੇ ਜਾਂ ਅਮੀਰ ਲੋਕ ਆਪਸ ਦੇ ਵਿੱਚ ਮਿਲ ਕੇ ਰਾਜੇ ਦੇ ਖਿਲਾਫ ਕਿਸੇ ਪ੍ਰਕਾਰ ਦੀ ਵੀ ਕੋਈ ਸਾਜ਼ਿਸ਼ ਕਰਨ। ਇਹਨਾਂ ਸਭ ਨੂੰ ਦਬਾਉਣ ਲਈ ਹੀ ਉਸਨੇ ਜੋ 4 ਅਧਿਆਦੇਸ਼ ਆ ਜੀ ਇਹ ਜਾਰੀ ਕੀਤੇ ਸੀ ਅਤੇ ਇਹਨਾਂ ਨੂੰ ਬਹੁਤ ਸਖਤੀ ਦੇ ਨਾਲ ਲਾਗੂ ਵੀ ਕੀਤਾ ਗਿਆ ਸੀ। ਅਧਿਆਦੇਸ਼ਾਂ ਬਾਰੇ ਪੜ੍ਹਨ ਤੋਂ ਬਾਅਦ ਹੁਣ ਆਪਾਂ ਗੱਲ ਕਰਦੇ ਹਾਂ ਜੀ ਕਿ ਅਲਾਉਦੀਨ ਖਿਲਜੀ ਨੇ ਜੋ ਕਰ ਅਤੇ ਨਵੇਂ ਲਗਾਨ ਲਗਾਏ ਸੀ ਉਹਨਾਂ ਬਾਰੇ। ਅਲਾਉਦੀਨ ਖਿਲਜੀ ਨੇ ਆਪਣੀ ਆਮਦਨ ਨੂੰ ਵਧਾਉਣ ਲਈ ਅਤੇ ਲੋਕਾਂ ਦੀ ਆਮਦਨ ਨੂੰ ਥੋੜ੍ਹਾ ਘੱਟ ਕਰਨ ਲਈ ਇਸ ਟਾਈਪ ਦੇ ਜੋ ਇਹ ਕਰ ਸੀਗੇ ਇਹਨਾਂ ਨੂੰ ਜੀ ਜਾਰੀ ਕੀਤਾ। ਸਭ ਤੋਂ ਪਹਿਲਾਂ ਆਪਾਂ ਵੇਖਦੇ ਹਾਂ ਜੀ ਕਿ ਜੋ ਅਲਾਉਦੀਨ ਖਿਲਜੀ ਦੁਆਰਾ ਕਰ ਜਾਰੀ ਕੀਤਾ ਗਿਆ ਸੀ ਇਹ ਸੀ ਭੂਮੀ ਕਰ। ਇਸ ਦੀ ਦਰ ਨੂੰ ਵਧਾ ਕੇ ਹੁਣ 1/2 ਕਰ ਦਿੱਤਾ ਗਿਆ ਸੀ, ਯਾਨੀ ਕਿ ਜਿੰਨੀ ਵੀ ਕਿਸੇ ਵਿਅਕਤੀ ਦੀ ਆਮਦਨ ਹੁੰਦੀ ਸੀ ਭੂਮੀ ਤੋਂ, ਕਿਸੇ ਪ੍ਰਕਾਰ ਦੀ ਪੈਦਾਵਾਰ ਹੁੰਦੀ ਸੀ, ਉਸ ਦਾ ਹੁਣ 1/2 ਹਿੱਸਾ ਸੀ ਜੋ ਰਾਜੇ ਨੂੰ ਦੇਣਾ ਪੈਂਦਾ ਸੀ, ਯਾਨੀ ਕਿ 50% ਤੱਕ ਜੋ ਹਿੱਸਾ ਸੀ ਉਹ ਹੁਣ ਰਾਜਾ ਲੈ ਜਾਂਦਾ ਸੀ। ਜਦੋਂ ਕਿ ਇਸ ਤੋਂ ਪਹਿਲਾਂ ਵਾਲੇ ਜਿੰਨੇ ਵੀ ਸ਼ਾਸਕ ਹੋਏ ਆ ਉਹਨਾਂ ਵੇਲੇ ਦਰ ਹੁੰਦੀ ਸੀ 1/3, ਯਾਨੀ ਕਿ ਉਹ 33% ਤੱਕ ਲੈ ਕੇ ਜਾਂਦੇ ਸੀ ਜੋ ਪਹਿਲਾਂ ਵਾਲੇ ਸ਼ਾਸਕ ਹੁੰਦੇ ਸੀ, ਪਰ ਅਲਾਉਦੀਨ ਖਿਲਜੀ ਨੇ 50% ਤੱਕ ਕਰ ਦਿੱਤਾ ਸੀ। ਇਸ ਤੋਂ ਇਲਾਵਾ ਵੀ ਅਲਾਉਦੀਨ ਖਿਲਜੀ ਨੇ ਜੀ ਕੁਝ ਨਵੇਂ ਕਰ ਜਾਰੀ ਕੀਤੇ, ਜਿਨ੍ਹਾਂ ਵਿੱਚ 2 ਕਰ ਨੇ ਜੀ। ਪਹਿਲਾ ਹੈ ਚਰਾਈ ਕਰ ਅਤੇ ਦੂਸਰਾ ਹੈ ਗੜੀ ਕਰ। ਜੋ ਚਰਾਈ ਕਰ ਹੈ ਜੀ ਇਹ ਜਿੱਥੇ ਪਸ਼ੂਆਂ ਨੂੰ ਚਾਰਾ ਚਰਾਇਆ ਜਾਂਦਾ ਸੀ ਉਹਨਾਂ ਤੋਂ ਲਿਆ ਜਾਂਦਾ ਸੀ। ਇਹ ਚਾਰਾ ਚਰਾਉਣ ਲਈ ਪਸ਼ੂਆਂ ਦੇ ਉਹਨਾਂ ਤੋਂ ਇਹ ਕਿਰਾਇਆ ਲਿਆ ਜਾਂਦਾ ਸੀ, ਯਾਨੀ ਕਿ ਕਰ ਲਿਆ ਜਾਂਦਾ ਸੀ। ਦੂਸਰਾ ਸੀ ਜੀ ਗੜੀ ਕਰ। ਇਹ ਨਵੇਂ ਮਕਾਨ ਬਣਾਉਣ 'ਤੇ ਕਰ ਲਿਆ ਜਾਂਦਾ ਸੀ। ਕੋਈ ਵੀ ਜੋ ਨਵਾਂ ਮਕਾਨ ਬਣਾਉਂਦਾ ਸੀ ਉਸ ਨੂੰ ਇਸ ਪ੍ਰਕਾਰ ਦਾ ਇਹ ਟੈਕਸ ਪੇ ਕਰਨਾ ਪੈਂਦਾ ਸੀ। ਇਸ ਤੋਂ ਅਗਲਾ ਹੈ ਜੀ ਕਿ ਜੋ ਅਲਾਉਦੀਨ ਖਿਲਜੀ ਆ ਇਸ ਨੇ ਲਗਾਨ ਤੈਅ ਕਰਨ ਲਈ ਭੂਮੀ ਦੀ ਪਮਾਇਸ਼ ਕਰਵਾਈ ਸੀ, ਯਾਨੀ ਕਿ ਭੂਮੀ ਦੀ ਮਿਣਤੀ ਕਰਵਾਈ ਸੀ। ਅਲਾਉਦੀਨ ਖਿਲਜੀ ਤੋਂ ਪਹਿਲਾਂ ਕੋਈ ਵੀ ਇਹੋ ਜਿਹਾ ਸ਼ਾਸਕ ਨਹੀਂ ਸੀ ਜਿਸ ਨੇ ਲਗਾਨ ਤੈਅ ਕਰਨ ਲਈ ਭੂਮੀ ਨੂੰ ਮਿਣਤੀ ਕਰਵਾਈ ਹੋਵੇ। ਇਹ ਪਹਿਲਾ ਅਜਿਹਾ ਸ਼ਾਸਕ ਸੀ ਜਿਸ ਨੇ ਭੂਮੀ ਦੀ ਪ੍ਰੋਪਰ ਮਿਣਤੀ ਕਰਵਾਈ ਹੈ ਅਤੇ ਫਿਰ ਉਸ ਮਿਣਤੀ ਦੇ ਆਧਾਰ 'ਤੇ ਹੀ ਟੈਕਸ ਨੂੰ ਲਾਗੂ ਕੀਤਾ ਸੀ। ਇਸ ਨੇ ਜੇ ਕਰ ਇਕੱਠਾ ਕਰਨ ਲਈ ਇੱਕ ਵਿਭਾਗ ਵੀ ਬਣਾਇਆ, ਜਿਸ ਨੂੰ ਕਹਿ ਸਕਦੇ ਆਪਾਂ ਵੀ ਟੈਕਸ ਜਮ੍ਹਾਂ ਕਰਵਾਉਣ ਵਾਲਾ ਇੱਕ ਵਿਭਾਗ ਸੀ। ਉਸ ਦਾ ਨਾਮ ਸੀ ਜੀ ਮੁਸਤਖਰਾਜ, ਅਤੇ ਇਸ ਦਾ ਜੋ ਪ੍ਰਧਾਨ ਹੁੰਦਾ ਸੀ, ਜੋ ਇਸ ਦਾ ਹੈੱਡ ਅਫਸਰ ਹੁੰਦਾ ਸੀ, ਉਸ ਦਾ ਨਾਮ ਹੁੰਦਾ ਸੀ ਦੀਵਾਨੇ ਮੁਸਤਖਰਾਜ। ਇਸ ਤਰ੍ਹਾਂ ਆਪਾਂ ਵੇਖਦੇ ਹਾਂ ਜੀ ਕਿ ਜੋ ਅਲਾਉਦੀਨ ਖਿਲਜੀ ਹੈ ਇਸ ਨੇ ਆਪਣੀ ਆਮਦਨ ਨੂੰ ਇੱਕ ਤਾਂ ਵਧਾ ਲਿਆ ਸੀ, ਦੂਸਰਾ ਇਸ ਨੇ ਜੀ ਜੋ ਮਿਣਤੀ ਕਰਵਾਈ ਸੀ ਉਸ ਦੇ ਅਕੋਰਡਿੰਗਲੀ ਇਸ ਦੀ ਆਮਦਨ ਹੁਣ ਇੱਕ ਆਪਾਂ ਕਹਿ ਸਕਦੇ ਹਾਂ ਵੀ ਫਿਕਸ ਆਮਦਨ ਹੋ ਗਈ ਸੀ। ਅਲਾਉਦੀਨ ਖਿਲਜੀ ਨੇ ਇਸ ਤਰ੍ਹਾਂ ਆਪਣੀ ਸ਼ਕਤੀ ਨੂੰ ਹੋਰ ਵੀ ਵਧਾਇਆ। ਕਰਾਂ ਬਾਰੇ ਜਾਣਨ ਤੋਂ ਬਾਅਦ ਹੁਣ ਆਪਾਂ ਗੱਲ ਕਰਦੇ ਹਾਂ ਜੀ ਅਲਾਉਦੀਨ ਖਿਲਜੀ ਦੇ ਦੁਆਰਾ ਜੋ ਬਾਜ਼ਾਰ ਵਿਵਸਥਾ ਚਲਾਈ ਗਈ ਸੀ। ਅਲਾਉਦੀਨ ਖਿਲਜੀ ਜਦੋਂ ਰਾਜਾ ਬਣਿਆ
ਤਾਂ ਉਸਨੇ ਜਿਨ੍ਹਾਂ ਵਸਤੂਆਂ ਦਾ ਜੋ ਮੁੱਲ ਨਿਰਧਾਰਿਤ ਕਰ ਦਿੱਤਾ, ਉਸ ਦੇ ਪੂਰੇ ਸ਼ਾਸਨ ਦੇ ਸਮੇਂ ਯਾਨੀ ਕਿ 20 ਸਾਲ ਦੇ ਸਮੇਂ ਤੱਕ ਲਗਭਗ ਉਹਨਾਂ ਵਸਤੂਆਂ ਦਾ ਉਹੀ ਮੁੱਲ ਰਿਹਾ। ਕਿਸੇ ਵੀ ਵਸਤੂ ਦਾ ਕੋਈ ਮੁੱਲ ਨਹੀਂ ਵਧਿਆ ਸੀ। ਇਸ ਪ੍ਰਕਾਰ ਜੀ ਉਹਨੇ ਵੱਖ-ਵੱਖ ਵਸਤੂਆਂ ਦੇ ਮੁੱਲ ਨੂੰ ਕੰਟਰੋਲ ਕੀਤਾ ਸੀ, ਉਹਦੀ ਸਪਲਾਈ ਅਤੇ ਡਿਮਾਂਡ ਨੂੰ ਕੰਟਰੋਲ ਦੇ ਵਿੱਚ ਰੱਖਦਾ ਸੀ ਤਾਂ ਕਿ ਕਿਸੇ ਵੀ ਵਸਤੂ ਦਾ ਜੋ ਮੁੱਲ ਹੈ ਉਹ ਨਾ ਵਧੇ। ਪਰ ਜੋ ਇਹ ਸਿਸਟਮ ਜੋ ਇਹ ਚਲਾਇਆ ਸੀ ਮੁੱਲ ਨਾ ਵਧਣ ਵਾਲਾ ਜਾਂ ਮੁੱਲ ਨੂੰ ਨਿਰਧਾਰਨ ਕਰਨ ਦਾ ਆਪਾਂ ਕਹਿ ਸਕਦੇ ਹਾਂ, ਉਹ ਕੇਵਲ ਜੀ ਦਿੱਲੀ ਦੇ ਨੇੜੇ ਏਰੀਆ ਦੇ ਵਿੱਚ ਸੀ ਜਾਂ ਦਿੱਲੀ ਦੇ ਵਿੱਚ, ਕਿਉਂਕਿ ਜੋ ਇਹਨਾਂ ਦਾ ਖੇਤਰ ਸੀ, ਜੋ ਇਹਨਾਂ ਦਾ ਰਾਜ ਕਰਨ ਦਾ ਖੇਤਰ ਸੀ, ਉਹ ਕਾਫੀ ਵੱਡਾ ਸੀ। ਸਭ ਜਗ੍ਹਾ 'ਤੇ ਸੇਮ ਨੂੰ ਜੋ ਇਹ ਸਿਸਟਮ ਸੀ ਉਸ ਨੂੰ ਆਪਾਂ ਲਾਗੂ ਨਹੀਂ ਕਰ ਸਕਦੇ ਸੀ। ਇਹ ਬਹੁਤ ਘੱਟ ਜਗ੍ਹਾ 'ਤੇ ਇਸ ਪ੍ਰਕਾਰ ਦਾ ਜੋ ਮੁੱਲ ਨਿਯੰਤਰਣ ਸੀ ਉਹ ਲਾਗੂ ਹੋਇਆ ਸੀ। ਦੂਸਰਾ ਸੀ ਜੀ ਕਿ ਉਸਨੇ ਆਪਣੇ ਸਮੇਂ ਦੇ ਵਿੱਚ ਮਾਪ ਤੋਲ ਦੇ ਵਿੱਚ ਬੇਈਮਾਨੀ ਕਰਨ ਵਾਲਿਆਂ ਨੂੰ ਬਹੁਤ ਸਖਤ ਸਜ਼ਾਵਾਂ ਦਿੱਤੀਆਂ ਸੀ। ਅਲਾਉਦੀਨ ਖਿਲਜੀ ਦੇ ਦੁਆਰਾ ਇੱਕ ਵਿਭਾਗ ਬਣਾਇਆ ਗਿਆ ਸੀ ਜੋ ਮਾਪ ਤੋਲ ਦੇ ਪੈਮਾਨਿਆਂ ਦੀ ਸਮੀਖਿਆ ਕਰਦਾ ਸੀ, ਉਹਨਾਂ ਨੂੰ ਚੈੱਕ ਕਰਦਾ ਸੀ। ਇਸ ਪ੍ਰਕਾਰ ਜਦੋਂ ਵੀ ਉਹਨਾਂ ਨੂੰ ਕੋਈ ਵੀ ਵਿਅਕਤੀ ਮਿਲ ਜਾਂਦਾ ਸੀ ਜੋ ਮਾਪ ਤੋਲ ਦੇ ਯੰਤਰ ਦੇ ਵਿੱਚ ਜਾਂ ਤਾਂ ਕੋਈ ਹੇਰ ਫੇਰ ਕਰਦਾ ਸੀ ਜਾਂ ਘੱਟ ਤੋਲਦਾ ਸੀ, ਤਾਂ ਉਸ ਨੂੰ ਜੀ ਸਖਤ ਸਜ਼ਾਵਾਂ ਦਿੱਤੀਆਂ ਜਾਂਦੀਆਂ ਸੀ। ਇੱਥੋਂ ਤੱਕ ਇਹ ਮੰਨਿਆ ਜਾਂਦਾ ਹੈ ਜੀ ਕਿ ਜੇਕਰ ਕੋਈ ਵਿਅਕਤੀ ਕਿਸੇ ਵਸਤੂ ਨੂੰ ਘੱਟ ਤੋਲਦਾ ਸੀ ਤਾਂ ਜਿੰਨੀ ਉਹ ਵਿੱਚ ਬੇਈਮਾਨੀ ਕਰਦਾ ਸੀ, ਜਿੰਨੇ ਭਾਰ ਦੀ, ਮੰਨ ਲਓ ਵੀ ਕਿਸੇ ਨੇ ਕੋਈ 10 ਕਿਲੋ ਚੀਜ਼ ਲੈਣੀ ਹੈ ਤਾਂ ਉਹਨੇ 8.5 ਕਿਲੋ ਜਾਂ 9 ਕਿਲੋ ਤੋਲਤੀ, ਅਤੇ ਜੇ 1 ਕਿਲੋ ਉਸਨੇ ਘੱਟ ਤੋਲਿਆ ਤਾਂ ਓਨਾ ਹੀ ਉਸ ਦੇ ਸਰੀਰ ਦੇ ਵਿੱਚੋਂ ਮਾਸ ਕੱਟਿਆ ਜਾਵੇਗਾ। ਇਸ ਪ੍ਰਕਾਰ ਦੀਆਂ ਬਹੁਤ ਜ਼ਿਆਦਾ ਸਖਤ ਸਜ਼ਾਵਾਂ ਦਿੱਤੀਆਂ ਜਾਂਦੀਆਂ ਸੀ ਤਾਂ ਕਿ ਕੋਈ ਵੀ ਕਿਸੇ ਪ੍ਰਕਾਰ ਦੀ ਬੇਈਮਾਨੀ ਨਾ ਕਰੇ। ਇਸ ਤੋਂ ਇਲਾਵਾ ਜੀ ਅਲਾਉਦੀਨ ਖਿਲਜੀ ਦੇ ਦੁਆਰਾ 4 ਪ੍ਰਕਾਰ ਦੇ ਬਾਜ਼ਾਰ ਬਣਾਏ ਗਏ ਸੀ। ਉਸਨੇ ਜੋ ਵੱਖ-ਵੱਖ ਟਾਈਪ ਦੇ ਵੱਖ-ਵੱਖ ਕੈਟਾਗਰੀ ਵਾਈਜ਼ ਜੀ ਬਾਜ਼ਾਰ ਨਿਰਧਾਰਿਤ ਕਰਤੇ ਸੀ। ਪਹਿਲਾ ਸੀ ਜੀ ਖਾਦਾਨ ਬਾਜ਼ਾਰ, ਜਿਹਦੇ ਵਿੱਚ ਅਨਾਜ ਵਗੈਰਾ ਮਿਲਦੇ ਸੀ। ਦੂਸਰਾ ਸੀ ਜੀ ਹੱਥੀਂ ਨਿਰਮਿਤ ਵਸਤੂਆਂ ਦਾ ਬਾਜ਼ਾਰ, ਜਿਸ ਦੇ ਵਿੱਚ ਕੋਈ ਕਾਰੀਗਰਾਂ ਦੇ ਦੁਆਰਾ ਬਣਾਈਆਂ ਹੋਈਆਂ, ਹੱਥੀਂ ਬਣਾਈਆਂ ਹੋਈਆਂ ਵਸਤੂਆਂ, ਹੈਂਡਕ੍ਰਾਫਟਡ ਜੋ ਚੀਜ਼ਾਂ ਸੀ ਉਹ ਮਿਲਦੀਆਂ ਸੀ। ਤੀਸਰਾ ਸੀ ਜੀ ਦੈਨਿਕ ਵਸਤੂਆਂ ਦਾ ਬਾਜ਼ਾਰ, ਜਿਸ ਦੇ ਵਿੱਚ ਡੇਲੀ ਯੂਜ਼ ਦੇ ਜੋ ਪ੍ਰੋਡਕਟ ਸੀ ਉਹ ਮਿਲਦੇ ਸੀ। ਅਤੇ ਚੌਥਾ ਸੀ ਜੀ ਪਸ਼ੂਆਂ ਦਾ ਅਤੇ ਜੋ ਗੁਲਾਮ ਸੀ ਉਹਨਾਂ ਦੀ ਖਰੀਦੋ ਫਰੋਖਤ ਦਾ ਬਾਜ਼ਾਰ। ਇਸ ਪ੍ਰਕਾਰ ਜੀ ਉਸਨੇ 4 ਪ੍ਰਕਾਰ ਦੇ ਬਾਜ਼ਾਰ ਵੀ ਬਣਾਏ ਸੀ। ਬਾਜ਼ਾਰ ਵਿਵਸਥਾ ਤੋਂ ਬਾਅਦ ਹੁਣ ਆਪਾਂ ਗੱਲ ਕਰਦੇ ਹਾਂ ਜੀ ਅਲਾਉਦੀਨ ਖਿਲਜੀ ਦੁਆਰਾ ਕੀਤੇ ਗਏ ਸੈਨਿਕ ਸੁਧਾਰਾਂ ਬਾਰੇ। ਅਲਾਉਦੀਨ ਖਿਲਜੀ ਪਹਿਲਾ ਅਜਿਹਾ ਭਾਰਤੀ ਸ਼ਾਸਕ ਸੀ ਜੀ ਜਿਸ ਦੇ ਦੁਆਰਾ ਕੋਈ ਸਥਾਈ ਸੈਨਾ ਰੱਖੀ ਗਈ ਸੀ। ਅਲਾਉਦੀਨ ਖਿਲਜੀ ਤੋਂ ਪਹਿਲਾਂ ਜਿੰਨੇ ਵੀ ਭਾਰਤੀ ਸ਼ਾਸਕ ਹੋਏ ਆ ਜੀ ਉਹਨਾਂ ਦੇ ਦੁਆਰਾ ਕੋਈ ਵੀ ਸਥਾਈ ਸੈਨਾ ਨਹੀਂ ਰੱਖੀ ਜਾਂਦੀ ਸੀ। ਮਤਲਬ ਕਿ ਉਹ ਕੋਈ ਨਿਰਧਾਰਿਤ ਸੈਨਾ ਜਾਂ ਪੱਕੀ ਸੈਨਾ ਨਹੀਂ ਰੱਖਦੇ ਸੀ। ਉਹ ਜਦੋਂ ਵੀ ਕੋਈ ਲੜਾਈ ਹੋਣੀ ਹੁੰਦੀ ਸੀ ਜਾਂ ਕੋਈ ਮਿਸ਼ਨ 'ਤੇ ਜਾਣਾ ਹੁੰਦਾ ਸੀ, ਕੋਈ ਅਭਿਆਨ 'ਤੇ ਜਾਣਾ ਹੁੰਦਾ ਸੀ, ਉਸ ਤੋਂ ਪਹਿਲਾਂ ਹੀ ਲੋਕਾਂ ਨੂੰ ਭਰਤੀ ਕਰਦੇ ਸੀ ਅਤੇ ਜਿਵੇਂ ਹੀ ਉਹ ਕੰਮ ਪੂਰਾ ਹੋ ਜਾਂਦਾ ਸੀ ਉਸ ਤੋਂ ਬਾਅਦ ਉਹਨਾਂ ਨੂੰ ਫਿਰ ਤੋਂ ਆਜ਼ਾਦ ਕਰ ਦਿੰਦੇ ਸੀ। ਉਹਨਾਂ ਨੂੰ ਕਿਸੇ ਪ੍ਰਕਾਰ ਦੀ ਕੋਈ ਇੱਕ ਪੱਕੀ ਡਿਊਟੀ ਨਹੀਂ ਦਿੱਤੀ ਜਾਂਦੀ ਸੀ। ਪਰ ਜੋ ਇਹ ਅਲਾਉਦੀਨ ਖਿਲਜੀ ਹੈ ਜੀ, ਇਹੀ ਪਹਿਲਾ ਅਜਿਹਾ ਭਾਰਤੀ ਸ਼ਾਸਕ ਆ ਜਿਸ ਨੇ ਇੱਕ ਸਥਾਈ ਸੈਨਾ ਰੱਖਿਆ ਸੀ, ਯਾਨੀ ਕਿ ਉਸਨੇ ਇੱਕ ਪਰਮਾਨੈਂਟ ਆਰਮੀ ਆਪਣੀ ਰੱਖੀ ਹੋਈ ਸੀ। ਅਲਾਉਦੀਨ ਖਿਲਜੀ ਦੁਆਰਾ ਹੀ ਪਹਿਲੀ ਵਾਰੀ ਜੀ ਜੋ ਸੈਨਿਕ ਆ ਉਹਨਾਂ ਨੂੰ ਨਗਦ ਵੇਤਨ ਦੇਣ ਦੀ ਸ਼ੁਰੂਆਤ ਕੀਤੀ ਗਈ ਸੀ। ਅਲਾਉਦੀਨ ਖਿਲਜੀ ਤੋਂ ਪਹਿਲਾਂ ਜਿੰਨੇ ਵੀ ਸ਼ਾਸਕ ਹੋਏ ਆ ਉਹ ਉਹਨਾਂ ਸੈਨਿਕਾਂ ਨੂੰ ਜੀ ਕੋਈ ਵੀ ਨਗਦ ਤਨਖਾਹ ਨਹੀਂ ਦਿੰਦੇ ਸੀ। ਪਹਿਲੀ ਗੱਲ ਤਾਂ ਉਹ ਸਥਾਈ ਸੈਨਾ ਹੀ ਨਹੀਂ ਰੱਖਦੇ ਸੀ, ਅਤੇ ਦੂਸਰਾ ਜੋ ਵੀ ਉਹ ਲੋਕਾਂ ਨੂੰ ਭਰਤੀ ਕਰਦੇ ਆ ਜੀ ਉਹਨਾਂ ਨੂੰ ਜਦੋਂ ਵੀ ਕੋਈ ਜੰਗ 'ਤੇ ਜਾਂਦੇ ਸੀ ਜਾਂ ਕੋਈ ਹਮਲਾ ਕਰਦੇ ਸੀ ਤਾਂ ਉਸ ਤੋਂ ਜੋ ਵੀ ਉਹਨਾਂ ਨੂੰ ਧਨ ਪ੍ਰਾਪਤ ਹੁੰਦਾ ਸੀ ਉਸ ਦੇ ਵਿੱਚੋਂ ਹੀ ਉਹਨਾਂ ਨੂੰ ਕੋਈ ਹਿੱਸਾ ਦਿੱਤਾ ਜਾਂਦਾ ਸੀ। ਉਹਨਾਂ ਨੂੰ ਕੋਈ ਵੀ ਇੱਦਾਂ ਨਗਦ ਵੇਤਨ ਨਹੀਂ ਦਿੱਤਾ ਜਾਂਦਾ ਸੀ। ਇਸ ਦੀ ਸ਼ੁਰੂਆਤ ਅਲਾਉਦੀਨ ਖਿਲਜੀ ਨੇ ਹੀ ਪਹਿਲੀ ਵਾਰੀ ਕੀਤੀ ਸੀ। ਤੀਸਰਾ ਪੁਆਇੰਟ ਹੈ ਜੀ ਕਿ ਸੈਨਿਕਾਂ ਦਾ ਹੁਲੀਆ ਲਿਖਣ ਦੀ ਸ਼ੁਰੂਆਤ ਕੀਤੀ ਗਈ ਸੀ। ਅਲਾਉਦੀਨ ਖਿਲਜੀ ਨੇ ਜੀ ਜੋ ਉਸ ਦੀ ਸੈਨਾ ਦੇ ਵਿੱਚ ਸਥਾਈ ਸੈਨਿਕ ਸੀ ਉਹਨਾਂ ਦਾ ਜੋ ਹੁਲੀਆ ਲਿਖਣ ਦੀ ਸ਼ੁਰੂਆਤ ਕਰਵਾਈ ਸੀ। ਇਹ ਅੱਜ ਵੀ ਚੱਲਦਾ ਹੈ ਜੀ ਆਰਮੀ ਦੇ ਵਿੱਚ ਜੋ ਸੈਨਿਕਾਂ ਦਾ ਹੁਲੀਆ ਲਿਖਿਆ ਜਾਂਦਾ ਹੈ, ਇਸ ਦੀ ਸ਼ੁਰੂਆਤ ਜੋ ਹੈ ਅਲਾਉਦੀਨ ਖਿਲਜੀ ਦੇ ਦੁਆਰਾ ਹੀ ਕੀਤੀ ਗਈ ਸੀ। ਇਸ ਤੋਂ ਇਲਾਵਾ ਜੀ ਇੱਕ ਹੋਰ ਪ੍ਰਥਾ ਚਲਾਈ ਸੀ, ਇਹ ਸੀ ਘੋੜੇ ਦਾਗਣ ਦੀ ਸ਼ੁਰੂਆਤ ਕੀਤੀ ਸੀ। ਇਸ ਤੋਂ ਪਹਿਲਾਂ ਕੋਈ ਵੀ ਸੈਨਾ ਦੇ ਘੋੜੇ ਨਹੀਂ ਦਾਗੇ ਜਾਂਦੇ ਸੀ। ਇਸ ਦੀ ਸ਼ੁਰੂਆਤ ਵੀ ਅਲਾਉਦੀਨ ਖਿਲਜੀ ਦੇ ਸਮੇਂ ਹੀ ਸੈਨਿਕ ਸੁਧਾਰ ਦੇ ਵਿੱਚ ਕੀਤੀ ਗਈ ਸੀ। ਸੈਨਿਕ ਸੁਧਾਰ ਤੋਂ ਬਾਅਦ ਹੁਣ ਆਪਾਂ ਗੱਲ ਕਰਦੇ ਹਾਂ ਜੀ ਅਲਾਉਦੀਨ ਖਿਲਜੀ ਦੀਆਂ ਜਿੱਤਾਂ ਦੀ। ਜਿਸ ਤਰ੍ਹਾਂ ਤੁਸੀਂ ਇਹ ਮੈਪ ਦੇਖ ਰਹੇ ਹੋ ਜੀ, ਮੈਪ ਦੇ ਵਿੱਚ ਜੋ ਇਹ ਗ੍ਰੀਨ ਏਰੀਆ ਜੀ ਇਹ ਸਾਰਾ ਅਲਾਉਦੀਨ ਖਿਲਜੀ ਦੇ ਦੁਆਰਾ ਜਿੱਤਿਆ ਹੋਇਆ ਪ੍ਰਦੇਸ਼ ਸੀ, ਯਾਨੀ ਕਿ ਅਲਾਉਦੀਨ ਖਿਲਜੀ ਦਾ ਇਹ ਜੋ ਰਾਜ ਕਰਨ ਦਾ ਪ੍ਰਦੇਸ਼ ਸੀ। ਇਸ ਦੇ ਵਿੱਚ ਆਪਾਂ ਦੇਖ ਸਕਦੇ ਹਾਂ ਕਿ ਜੋ ਅਲਾਉਦੀਨ ਖਿਲਜੀ ਦਾ ਖਿਲਜੀ ਰਾਜ ਸੀ ਇਹ ਉੱਤਰੀ ਭਾਰਤ ਤੋਂ ਲੈ ਕੇ ਦੱਖਣੀ ਭਾਰਤ ਦੇ ਤੱਕ ਵੀ ਇਹ ਫੈਲਿਆ ਹੋਇਆ ਸੀ। ਇਸ ਪ੍ਰਕਾਰ ਆਪਾਂ ਨੂੰ ਪਤਾ ਲੱਗਦਾ ਹੈ ਜੀ ਕਿ ਜੋ ਅਲਾਉਦੀਨ ਖਿਲਜੀ ਹੈ ਇਸ ਨੇ ਬਹੁਤ ਸਾਰੇ ਪ੍ਰਦੇਸ਼ਾਂ ਨੂੰ ਜਿੱਤਿਆ ਸੀ। ਇਸ ਦੇ ਵਿੱਚੋਂ ਹੁਣ ਆਪਾਂ ਕੁਝ ਮੁੱਖ ਜਿੱਤਾਂ ਦੀ ਗੱਲ ਕਰ ਲੈਂਦੇ ਹਾਂ ਜੀ। ਅਲਾਉਦੀਨ ਖਿਲਜੀ ਨੇ ਗੁਜਰਾਤ, ਰਣਥੰਭੌਰ, ਚਿਤੌੜਗੜ੍ਹ ਅਤੇ ਦੱਖਣੀ ਭਾਰਤ 'ਤੇ ਕਈ ਅਭਿਆਨ ਚਲਾਏ ਅਤੇ ਇਹਨਾਂ ਅਭਿਆਨਾਂ ਦੇ ਵਿੱਚ ਇਹ ਸਫਲ ਰਿਹਾ ਸੀ। ਇਸੇ ਕਰਕੇ ਹੀ ਇਸ ਨੇ ਜੀ ਭਾਰਤ ਦੇ ਇੱਕ ਏਡੇ ਵੱਡੇ ਖੇਤਰ ਦੇ ਉੱਤੇ ਆਪਣਾ ਕਬਜ਼ਾ ਕਰ ਲਿਆ ਸੀ। ਅਲਾਉਦੀਨ ਖਿਲਜੀ ਪੂਰੀ ਦੁਨੀਆ ਨੂੰ ਜਿੱਤਣਾ ਚਾਹੁੰਦਾ ਸੀ। ਇਸੇ ਕਰਕੇ ਹੀ ਉਸਨੇ ਜੀ ਇੱਕ ਉਪਾਧੀ ਧਾਰਨ ਕੀਤੀ ਸੀ। ਇਹ ਉਪਾਧੀ ਸੀ ਜੀ ਸਿਕੰਦਰੇ ਸਾਨੀ ਦੀ। ਇਸ ਦਾ ਮਤਲਬ ਹੁੰਦਾ ਹੈ ਜੀ ਦੂਸਰਾ ਸਿਕੰਦਰ। ਉਹ ਆਪਣੇ ਆਪ ਨੂੰ ਦੂਜਾ ਸਿਕੰਦਰ ਮੰਨਦਾ ਸੀ।
ਉਹ ਵੀ ਸਿਕੰਦਰ ਦੇ ਵਾਂਗ ਪੂਰੀ ਦੁਨੀਆ ਨੂੰ ਜਿੱਤਣ ਦੇ ਸੁਪਨੇ ਵੇਖਦਾ ਸੀ, ਪਰ ਇਸ ਦੇ ਵਿੱਚ ਉਹ ਅਸਫਲ ਰਿਹਾ ਸੀ। ਗੁਜਰਾਤ ਅਭਿਆਨ ਦੇ ਦੌਰਾਨ ਅਲਾਉਦੀਨ ਖਿਲਜੀ ਨੂੰ ਜੀ ਇੱਕ ਗੁਲਾਮ ਮਿਲਿਆ ਜਿਸ ਦਾ ਨਾਮ ਸੀ ਮਲਿਕ ਕਫੂਰ। ਇਹ ਮਲਿਕ ਕਫੂਰ ਨੂੰ ਜੀ ਜੋ ਅਲਾਉਦੀਨ ਖਿਲਜੀ ਹੈ ਇਸ ਨੇ 1000 ਦਿਨਾਰ ਦੇ ਬਦਲੇ ਖਰੀਦ ਲਿਆ ਸੀ। ਤੇ ਮਲਿਕ ਕਫੂਰ ਕੌਣ ਆ ਜੀ, ਇਸ ਦੇ ਬਾਰੇ ਜਾਣ ਲੈਂਦੇ ਹਾਂ। ਇਹ ਮਲਿਕ ਕਫੂਰ ਇੱਕ ਹਿਜੜਾ ਸੀ ਜਿਸ ਨੂੰ ਅਲਾਉਦੀਨ ਖਿਲਜੀ ਨੇ ਗੁਜਰਾਤ ਅਭਿਆਨ ਦੇ ਦੌਰਾਨ ਖਰੀਦਿਆ ਸੀ। 1000 ਦਿਨਾਰ ਦੇ ਬਦਲੇ ਖਰੀਦੇ ਜਾਣ ਕਰਕੇ ਇਸ ਨੂੰ 1000 ਦਿਨਾਰੀ ਵੀ ਬੋਲਿਆ ਜਾਂਦਾ ਸੀ। ਜੋ ਮਲਿਕ ਕਫੂਰ ਆ ਜੀ ਇਹ ਵੈਸੇ ਤਾਂ ਇੱਕ ਹਿਜੜਾ ਸੀ, ਪਰ ਇਸ ਦਿਮਾਗ ਬਹੁਤ ਤੇਜ਼ ਸੀ ਇਸ ਦਾ, ਅਤੇ ਇਸੇ ਦੀ ਸਹਾਇਤਾ ਦੇ ਨਾਲ ਜੀ ਅਲਾਉਦੀਨ ਖਿਲਜੀ ਆਪਣੇ ਕਈ ਅਭਿਆਨਾਂ ਦੇ ਵਿੱਚ ਸਫਲ ਰਿਹਾ। ਜਿਵੇਂ ਕਿ ਅੱਗੇ ਆਪਾਂ ਵੇਖਦੇ ਹਾਂ ਜੀ ਕਿ 1307 ਈਸਵੀ ਦੇ ਵਿੱਚ ਜਦੋਂ ਦੇਵਗਿਰੀ ਦੇ ਉੱਪਰ ਦੁਬਾਰਾ ਤੋਂ ਅਭਿਆਨ ਕੀਤਾ ਗਿਆ ਤਾਂ ਇਸ ਸਮੇਂ ਜੋ ਮਲਿਕ ਕਫੂਰ ਆ ਜੀ ਇਸੇ ਦੀ ਸਹਾਇਤਾ ਦੇ ਨਾਲ ਹੀ ਦੇਵਗਿਰੀ ਦੇ ਸ਼ਾਸਕ ਰਾਜ ਚੰਦਰ ਦੇਵ ਨੂੰ ਜੀ ਉੱਥੇ ਹਰਾਇਆ ਗਿਆ ਸੀ। ਜੋ ਮਲਿਕ ਕਫੂਰ ਆ ਜੀ ਇਸ ਨੇ ਵੱਖ-ਵੱਖ ਅਭਿਆਨਾਂ ਦੇ ਵਿੱਚ ਅਲਾਉਦੀਨ ਖਿਲਜੀ ਦੀ ਬਹੁਤ ਜ਼ਿਆਦਾ ਸਹਾਇਤਾ ਕੀਤੀ ਅਤੇ ਇਸ ਦੀ ਮਦਦ ਦੇ ਨਾਲ ਅਲਾਉਦੀਨ ਖਿਲਜੀ ਨੇ ਬਹੁਤ ਸਾਰੇ ਪ੍ਰਦੇਸ਼ਾਂ ਨੂੰ ਜਿੱਤਿਆ ਸੀ। ਅਲਾਉਦੀਨ ਖਿਲਜੀ ਦੀਆਂ ਪ੍ਰਮੁੱਖ ਜਿੱਤਾਂ ਦੇ ਵਿੱਚੋਂ ਇੱਕ ਜਿੱਤ ਸੀ ਜੀ ਚਿਤੌੜਗੜ੍ਹ ਦੀ ਜਿੱਤ। ਅਲਾਉਦੀਨ ਖਿਲਜੀ ਨੇ ਜੀ ਚਿਤੌੜ 'ਤੇ ਇਸ ਲਈ ਹਮਲਾ ਕੀਤਾ ਕਿਉਂਕਿ ਉੱਥੋਂ ਦਾ ਜੋ ਕਿਲ੍ਹਾ ਸੀ ਉਹ ਸੈਨਿਕ ਦ੍ਰਿਸ਼ਟੀ ਤੋਂ ਬਹੁਤ ਹੀ ਮਹੱਤਵਪੂਰਨ ਸੀ। ਚਿਤੌੜ 'ਤੇ ਉਸ ਸਮੇਂ ਜੀ ਜੋ ਰਾਜਾ ਰਾਜ ਕਰਦਾ ਸੀ ਉਸ ਦਾ ਨਾਮ ਸੀ ਰਾਣਾ ਰਤਨ ਸਿੰਘ ਅਤੇ ਉਸ ਦੀ ਪਤਨੀ ਦਾ ਨਾਮ ਸੀ ਜੀ ਪਦਮਾਵਤੀ। ਅਲਾਉਦੀਨ ਖਿਲਜੀ ਦੇ ਚਿਤੌੜਗੜ੍ਹ 'ਤੇ ਹਮਲਾ ਕਰਨ ਦਾ ਇੱਕ ਦੂਸਰਾ ਕਾਰਨ ਇਹ ਵੀ ਸਮਝਿਆ ਜਾਂਦਾ ਹੈ ਕਿ ਜੋ ਅਲਾਉਦੀਨ ਖਿਲਜੀ ਹੈ ਜੀ ਇਹ ਰਾਣਾ ਰਤਨ ਸਿੰਘ ਦੀ ਪਤਨੀ ਜਿਸ ਦਾ ਨਾਮ ਸੀ ਪਦਮਾਵਤੀ ਉਸ ਨੂੰ ਪ੍ਰਾਪਤ ਕਰਨਾ ਚਾਹੁੰਦਾ ਸੀ। ਇਸ ਲਈ ਅਲਾਉਦੀਨ ਖਿਲਜੀ ਨੇ ਜੋ ਚਿਤੌੜਗੜ੍ਹ ਆ ਇਸ 'ਤੇ ਹਮਲਾ ਕਰਨ ਦਾ ਨਿਰਣੇ ਲਿਆ ਸੀ। ਸਲਾਈਡ ਦੇ ਵਿੱਚ ਜੋ ਤੁਸੀਂ ਇਹ ਪਿਕ ਦੇਖ ਰਹੇ ਹੋ ਜੀ ਇਹ ਇੱਕ ਬਾਲੀਵੁੱਡ ਐਕਟਰੈਸ ਨੇ ਜਿਨ੍ਹਾਂ ਦਾ ਨਾਮ ਹੈ ਦੀਪਿਕਾ ਪਾਦੂਕੋਣ। ਇਹਨਾਂ ਨੇ ਪਦਮਾਵਤ ਮੂਵੀ ਦੇ ਵਿੱਚ ਜੀ ਰਾਣੀ ਪਦਮਾਵਤੀ ਦਾ ਰੋਲ ਕੀਤਾ ਸੀ। ਇਸ ਮੂਵੀ ਦੇ ਵਿੱਚ ਇਹ ਸਾਰੀ ਘਟਨਾ ਨੂੰ ਦਿਖਾਇਆ ਗਿਆ ਹੈ ਕਿ ਕਿਸ ਤਰ੍ਹਾਂ ਅਲਾਉਦੀਨ ਖਿਲਜੀ ਹੈ ਜੋ ਇਹ ਚਿਤੌੜਗੜ੍ਹ ਦੇ ਉੱਤੇ ਹਮਲਾ ਕਰਦਾ ਹੈ ਅਤੇ ਕਿਸ ਤਰ੍ਹਾਂ ਜਿੱਤ ਪ੍ਰਾਪਤ ਕਰਦਾ ਹੈ। ਪਰ ਜੋ ਇਹ ਰਾਣੀ ਪਦਮਾਵਤੀ ਹੈ ਜੀ ਇਸ ਦੇ ਬਾਰੇ ਅਜੇ ਵੀ ਆਪਾਂ ਨੂੰ ਕੋਈ ਪ੍ਰੋਪਰ ਸਬੂਤ ਨਹੀਂ ਮਿਲਦੇ ਕਿ ਇਹ ਵਾਸਤਵਿਕ ਸੀ ਜਾਂ ਇੱਕ ਇਮੈਜਨਰੀ ਕਰੈਕਟਰ ਸੀ, ਪਰ ਇਸ ਨੂੰ ਜੀ ਹਜੇ ਤੱਕ ਇਮੈਜਨਰੀ ਮੰਨ ਸਕਦੇ ਹਾਂ ਆਪਾਂ ਕਿਉਂਕਿ ਇਸ ਦੇ ਬਾਰੇ ਆਪਾਂ ਨੂੰ ਪ੍ਰੋਪਰ ਕੋਈ ਵੀ ਸਬੂਤ ਨਹੀਂ ਮਿਲੇ। ਅਸਲ ਦੇ ਵਿੱਚ ਜੋ ਅਲਾਉਦੀਨ ਖਿਲਜੀ ਆ ਜੀ ਇਸ ਨੇ ਚਿਤੌੜਗੜ੍ਹ ਦੇ ਕਿਲ੍ਹੇ ਦੀ ਮਹੱਤਵਪੂਰਨਤਾ ਨੂੰ ਜਾਣਦੇ ਹੋਏ ਉਸ 'ਤੇ ਹਮਲਾ ਕੀਤਾ ਸੀ। 1303 ਈਸਵੀ ਦੇ ਵਿੱਚ ਜੀ ਅਲਾਉਦੀਨ ਖਿਲਜੀ ਦੇ ਦੁਆਰਾ ਇਹ ਜੋ ਚਿਤੌੜਗੜ੍ਹ ਦਾ ਕਿਲ੍ਹਾ ਇਸ ਨੂੰ ਜਿੱਤਿਆ ਗਿਆ ਸੀ। ਇਸ ਹਮਲੇ ਦੇ ਵਿੱਚ ਜੋ ਰਾਣਾ ਰਤਨ ਸਿੰਘ ਹੈ ਜੀ ਉਹ ਮਾਰਿਆ ਜਾਂਦਾ ਹੈ ਅਤੇ ਰਾਣੀ ਪਦਮਾਵਤੀ ਅਤੇ ਉਸ ਦੇ ਨਾਲ ਕਈ ਹਜ਼ਾਰ ਹੋਰ ਔਰਤਾਂ ਜੋ ਹੁੰਦੀਆਂ ਨੇ ਜੀ ਉਹ ਜੌਹਰ ਦੀ ਪ੍ਰਥਾ ਦੇ ਅਨੁਸਾਰ ਆਪਣੀ ਜਾਨ ਦੇ ਦਿੰਦੀਆਂ, ਯਾਨੀ ਕਿ ਉਹ ਇੱਕ ਅੱਗ ਜਲਾ ਕੇ ਉਸ ਦੇ ਵਿੱਚ ਜਿੰਦਾ ਹੀ ਸੜ ਜਾਂਦੀਆਂ ਨੇ ਤਾਂ ਕਿ ਉਹਨਾਂ ਨੂੰ ਕੋਈ ਦੁਸ਼ਮਣਾਂ ਦੇ ਜੋ ਸੈਨਿਕ ਆ ਉਹ ਉਹਨਾਂ ਨੂੰ ਬੰਦੀ ਨਾ ਬਣਾ ਸਕਣ। ਅਲਾਉਦੀਨ ਖਿਲਜੀ ਦੀਆਂ ਜਿੱਤਾਂ ਤੋਂ ਬਾਅਦ ਹੁਣ ਆਪਾਂ ਗੱਲ ਕਰਦੇ ਹਾਂ ਜੀ ਅਲਾਉਦੀਨ ਖਿਲਜੀ ਦੇ ਉੱਤਰਾਧਿਕਾਰੀਆਂ ਬਾਰੇ। ਜੋ ਅਲਾਉਦੀਨ ਖਿਲਜੀ ਹੈ ਜੀ ਇਸ ਦੀ ਮੌਤ 1316 ਈਸਵੀ ਦੇ ਵਿੱਚ ਹੋ ਗਈ ਸੀ। ਲਗਭਗ 20 ਸਾਲ ਜੀ ਇਸ ਨੇ ਰਾਜ ਕੀਤਾ ਤਾਂ ਉਸ ਤੋਂ ਬਾਅਦ ਜੋ ਉਸ ਦੇ ਵੰਸ਼ਜ ਹੋਏ ਆ ਜੀ ਜੋ ਉਸ ਦੇ ਉੱਤਰਾਧਿਕਾਰੀ ਹੋਏ ਆ ਉਹ ਵਧੇਰੇ ਯੋਗ ਨਹੀਂ ਸੀ। ਅਲਾਉਦੀਨ ਖਿਲਜੀ ਦੀ ਮੌਤ ਤੋਂ ਪਹਿਲਾਂ ਉਸ ਨੇ ਜੀ ਮਲਿਕ ਕਫੂਰ ਜੋ ਉਸ ਦਾ ਦਾਸ ਸੀ ਉਸ ਦੇ ਕਹਿਣ ਦੇ ਉੱਪਰ ਆਪਣੇ ਛੋਟੇ ਪੁੱਤਰ ਨੂੰ ਰਾਜਾ ਘੋਸ਼ਿਤ ਕਰਤਾ ਸੀ ਜਿਸ ਦੀ ਉਮਰ ਉਸ ਸਮੇਂ 5 ਤੋਂ 6 ਸਾਲ ਸੀ। ਉਸ ਨੇ ਆਪਣੇ ਵੱਡੇ ਪੁੱਤਰ ਨੂੰ ਜੀ ਰਾਜਾ ਨਹੀਂ ਬਣਾਇਆ। ਉਸ ਛੋਟੇ ਪੁੱਤਰ ਦਾ ਨਾਮ ਸੀ ਜੀ ਸਹਾਬੂਦੀਨ ਉਮਰ ਖਿਲਜੀ। ਜਦੋਂ 1316 ਦੇ ਵਿੱਚ ਅਲਾਉਦੀਨ ਖਿਲਜੀ ਦੀ ਮੌਤ ਹੋ ਜਾਂਦੀ ਹੈ ਤਾਂ ਉਸ ਤੋਂ ਬਾਅਦ ਜੋ ਇਹ 5 ਤੋਂ 6 ਸਾਲ ਦਾ ਜੋ ਬੇਟਾ ਸੀ ਉਸਦਾ ਉਹ ਰਾਜਾ ਬਣ ਜਾਂਦਾ ਹੈ। ਮਲਿਕ ਕਫੂਰ ਨੇ ਜੀ ਉਸ ਛੋਟੇ ਬੱਚੇ ਨੂੰ ਇਸ ਲਈ ਰਾਜਾ ਬਣਵਾਇਆ ਸੀ ਕਿਉਂਕਿ ਉਹ ਸਾਰੀ ਸ਼ਕਤੀ ਆਪਣੇ ਹੱਥ ਦੇ ਵਿੱਚ ਚਾਹੁੰਦਾ ਸੀ ਅਤੇ ਮਲਿਕ ਕਫੂਰ ਜੀ ਉਹ ਸਾਰਾ ਸ਼ਾਸਨ ਖੁਦ ਚਲਾਉਂਦਾ ਸੀ ਅਤੇ ਉਸ ਬੱਚੇ ਨੂੰ ਬਸ ਸਿਰਫ ਇੱਕ ਨਾਮ ਦਾ ਰਾਜਾ ਬਣਾ ਕੇ ਗੱਦੀ ਦੇ ਉੱਪਰ ਬਿਠਾ ਦਿੱਤਾ ਸੀ। ਪਰ ਕੁਝ ਦਿਨਾਂ ਦੇ ਬਾਅਦ ਹੀ ਜੋ ਅਲਾਉਦੀਨ ਖਿਲਜੀ ਦਾ ਵੱਡਾ ਪੁੱਤਰ ਹੈ ਜੀ ਜਿਸ ਨੂੰ ਰਾਜਾ ਨਹੀਂ ਬਣਾਇਆ ਗਿਆ ਸੀ ਮਲਿਕ ਕਫੂਰ ਦੇ ਕਹਿਣ 'ਤੇ ਉਸ ਨੇ ਮਲਿਕ ਕਫੂਰ ਨੂੰ ਮਾਰ ਦਿੱਤਾ ਅਤੇ ਉਸ ਨੇ ਆਪਣੇ ਜੋ ਛੋਟੇ ਭਰਾ ਸੀ ਜੋ ਰਾਜਾ ਬਣ ਗਿਆ ਸੀ ਜੀ ਉਮਰ ਖਿਲਜੀ ਉਸ ਨੂੰ ਜੀ ਅੰਨਾ ਕਰ ਦਿੱਤਾ ਅਤੇ ਉਸ ਨੂੰ ਬਾਅਦ ਦੇ ਵਿੱਚ ਬੰਦੀ ਬਣਾ ਲਿਆ। ਇਸ ਤਰ੍ਹਾਂ ਜੋ ਮਲਿਕ ਕਫੂਰ ਆ ਜੀ ਉਸ ਦਾ ਰਾਜਾ ਬਣਨ ਦਾ ਸੁਪਨਾ ਇੱਥੇ ਹੀ ਟੁੱਟ ਗਿਆ ਸੀ। 1316 ਦੇ ਵਿੱਚ ਜੋ ਅਗਲਾ ਸ਼ਾਸਕ ਬਣਦਾ ਹੈ ਜੀ ਉਸ ਦਾ ਨਾਮ ਸੀ ਕੁਤਬੁਦੀਨ ਮੁਬਾਰਕ ਖਿਲਜੀ। ਇਹ 1316 ਤੋਂ ਲੈ ਕੇ 1320 ਈਸਵੀ ਤੱਕ ਰਾਜਗੱਦੀ ਦੇ ਉੱਪਰ ਰਾਜ ਕਰਦਾ ਹੈ। ਜੋ ਇਹ ਕੁਤਬੁਦੀਨ ਮੁਬਾਰਕ ਖਿਲਜੀ ਸੀ ਜੀ ਇਹ ਇੱਕ ਅਯੋਗ ਸ਼ਾਸਕ ਸੀ। ਇਸ ਨੇ ਜੀ ਅਲਾਉਦੀਨ ਖਿਲਜੀ ਦੇ ਦੁਆਰਾ ਜੋ ਕਰ ਵਿਵਸਥਾ ਚਲਾਈ ਗਈ ਸੀ ਅਤੇ ਜੋ ਬਾਜ਼ਾਰ ਵਿਵਸਥਾ ਚਲਾਈ ਸੀ ਉਸ ਨੂੰ ਖ਼ਤਮ ਕਰ ਦਿੱਤਾ ਸੀ। ਇਸ ਨੇ ਆਪਣੇ ਆਪ ਨੂੰ ਜੀ ਖਲੀਫਾ ਘੋਸ਼ਿਤ ਕਰ ਦਿੱਤਾ ਸੀ। ਇਸ ਤੋਂ ਪਹਿਲਾਂ ਆਪਾਂ ਦੇਖਦੇ ਹਾਂ ਜੀ ਕਿ ਜੋ ਸੁਲਤਾਨ ਹੁੰਦੇ ਆ ਉਹ ਖਲੀਫਾ ਦੇ ਕੋਲ ਜਾਂਦੇ ਆ ਅਤੇ ਉਪਾਧੀ ਧਾਰਨ ਕਰਦੇ ਆ ਅਤੇ ਫਿਰ ਸੁਲਤਾਨ ਬਣਦੇ ਆ। ਇਸ ਨੇ ਜੀ ਆਪਣੇ ਆਪ ਨੂੰ ਹੀ ਖਲੀਫਾ ਘੋਸ਼ਿਤ ਕਰ ਦਿੱਤਾ। ਇਹ ਜੋ ਮੁਬਾਰਕ ਖਿਲਜੀ ਹੈ ਜੀ ਇਹ ਸਾਰਾ ਦਿਨ ਭੋਗ ਵਿਲਾਸ ਦੇ ਵਿੱਚ ਲੱਗਿਆ ਰਹਿੰਦਾ ਸੀ ਅਤੇ ਕਈ ਵਾਰ ਦਰਬਾਰ ਦੇ ਵਿੱਚ ਬਿਨਾਂ ਕੱਪੜੇ ਪਾਏ ਵੀ ਆ ਜਾਂਦਾ ਸੀ। ਇਸ ਪ੍ਰਕਾਰ ਆਪਾਂ ਦੇਖ ਸਕਦੇ ਹਾਂ ਜੀ ਕਿ ਜੋ ਇਹ ਮੁਬਾਰਕ ਖਿਲਜੀ ਸੀ ਇਹ ਇੱਕ ਵਧੀਆ ਵਿਅਕਤੀ ਨਹੀਂ ਸੀ, ਇਹ ਰਾਜਾ ਬਣਨ ਦੇ ਯੋਗ ਨਹੀਂ ਸੀ।
1320 ਈਸਵੀ ਵਿੱਚ ਜੋ ਮੁਬਾਰਕ ਖਿਲਜੀ ਹੈ ਜੀ, ਇਸ ਦਾ ਇੱਕ ਵਜ਼ੀਰ ਸੀ ਜਿਸ ਦਾ ਨਾਮ ਸੀ ਨਸੀਰੁद्दीन ਖੁਸਰੋ ਖਾਂ। ਉਸ ਨੇ ਜੀ ਇਸ ਮੁਬਾਰਕ ਖਿਲਜੀ ਦੀ ਹੱਤਿਆ ਕਰ ਦਿੱਤੀ ਅਤੇ ਖੁਦ ਨੂੰ ਸੁਲਤਾਨ ਘੋਸ਼ਿਤ ਕਰ ਦਿੱਤਾ। ਪਰ 1320 ਈਸਵੀ ਦੇ ਵਿੱਚ ਹੀ ਜੋ ਖੁਸਰੋ ਖਾਂ ਹੈ ਜੀ, ਇਸ ਦੀ ਹੱਤਿਆ ਗਿਆਸੁਦੀਨ ਤੁਗਲਕ ਦੇ ਦੁਆਰਾ ਕਰ ਦਿੱਤੀ ਗਈ। ਇਸ ਪ੍ਰਕਾਰ ਜੋ ਖਿਲਜੀ ਵੰਸ਼ ਹੈ ਜੀ, ਇਸ ਦਾ 1320 ਦੇ ਵਿੱਚ ਅੰਤ ਹੋ ਗਿਆ ਖੁਸਰੋ ਖਾਂ ਦੀ ਮੌਤ ਦੇ ਨਾਲ। ਅਤੇ ਜੋ ਗਿਆਸੁਦੀਨ ਤੁਗਲਕ ਹੈ ਜੀ, ਇਸ ਨੇ 1320 ਈਸਵੀ ਦੇ ਵਿੱਚ ਹੀ ਤੁਗਲਕ ਵੰਸ਼ ਦੀ ਸ਼ੁਰੂਆਤ ਕਰ ਦਿੱਤੀ ਸੀ। ਤੁਗਲਕ ਵੰਸ਼ ਦੇ ਬਾਰੇ ਜੀ ਆਪਾਂ ਨੈਕਸਟ ਵੀਡੀਓ ਦੇ ਵਿੱਚ ਡਿਟੇਲ ਨਾਲ ਪੜ੍ਹਾਂਗੇ। ਅਤੇ ਇੱਥੇ ਹੀ ਖਤਮ ਹੁੰਦੀ ਹੈ ਜੀ ਆਪਣੀ ਖਿਲਜੀ ਵੰਸ਼ ਦੀ ਅੱਜ ਦੀ ਇਹ ਵੀਡੀਓ। ਹੋਪ ਸੋ ਤੁਹਾਨੂੰ ਵੀਡੀਓ ਚੰਗੀ ਲੱਗੀ ਹੋਏਗੀ। ਜੇਕਰ ਵੀਡੀਓ ਵਧੀਆ ਲੱਗੀ ਹੈ ਤਾਂ ਜੀ ਵੀਡੀਓ ਨੂੰ ਲਾਈਕ ਜ਼ਰੂਰ ਕਰ ਦੇਣਾ। ਕਮੈਂਟਾਂ ਦੇ ਵਿੱਚ ਆਪਣੇ ਵੀਡੀਓ ਬਾਰੇ ਵਿਚਾਰ ਜ਼ਰੂਰ ਦੱਸ ਦੇਣਾ। ਜੇ ਕੋਈ ਚੀਜ਼ ਨਾ ਵਧੀਆ ਲੱਗੀ ਹੋਵੇ ਜਾਂ ਵੀਡੀਓ ਦੇ ਵਿੱਚ ਤੁਸੀਂ ਕਿਸੇ ਪ੍ਰਕਾਰ ਦੀ ਕੋਈ ਇੰਪਰੂਵਮੈਂਟ ਚਾਹੁੰਦੇ ਹੋ ਤਾਂ ਉਹ ਵੀ ਕਮੈਂਟ ਦੇ ਵਿੱਚ ਜ਼ਰੂਰ ਦੱਸ ਦੇਣਾ। ਜੇਕਰ ਵੀਡੀਓ ਚੰਗੀ ਲੱਗੀ ਹੈ ਤਾਂ ਜੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦੇਣਾ। ਜੇਕਰ ਚੈਨਲ ਨੂੰ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ। ਅਤੇ ਵੀਡੀਓ ਦਾ ਫ੍ਰੀ PDF ਲੈਣ ਲਈ ਜੀ ਪੰਜਾਬ ਐਜੂਕੇਸ਼ਨ ਚੈਨਲ ਨੂੰ ਹੁਣ ਤੁਸੀਂ ਟੈਲੀਗ੍ਰਾਮ 'ਤੇ ਵੀ ਜੁਆਇਨ ਕਰ ਸਕਦੇ ਹੋ। ਟੈਲੀਗ੍ਰਾਮ ਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ 'ਚ ਮਿਲ ਜਾਏਗਾ। ਥੈਂਕ ਯੂ ਫॉर ਵਾਚਿੰਗ ਪੰਜਾਬ ਐਜੂਕੇਸ਼ਨ।